ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਗੁਰੂ ਨਾਨਕ ਪਦ ਪੰਕਜ ਬੰਦਨਾ ਕਜ ਬੰਦਨਾ ਸਿਮਰੋ ਅੰਗਦ ਦੁਖ ਨਿਕੰਦਨ ਗੁਰੂ ਅਮਰਦਾਸ ਹਿਰਦੈ ਨਿਤ ਧਿਆਉ ਹਿਰਦੈ ਨਿਤ ਧਿਆਉ। ਸ਼੍ਰੀ ਗੁਰੂ ਰਾਮਦਾਸ ਗੁਣ ਗਾਓ। ਗੁਰੂ ਅਰਜਨ ਬਿਗਨਨ ਕੇ ਨਾਸ਼ਕ ਬਿਗਨਨ ਕੀ ਨਾਸਕ ਸ੍ਰੀ ਹਰਿ ਗੋਬਿੰਦ ਸੁਮਤ ਪਰਕਾਸਕ ਸ੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ। ਸ੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਕਰੋ ਤਰਾ ਪਰ ਪੁਨ ਪੁਨ ਸੀਸਾ ਪੁਨ 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 ਸੀਸਾ ਮੰਨੋ ਬਾਰ ਬਾਰ ਜਗਦੀਸਾ। ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਗਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਗਨ ਬਿਨਾਸਨ ਸੋਏ। ਦੋਹਰਾ ਪਾਵਨਾ ਪਾਵੈ ਪੁਰ ਵਿਖੈ ਅਤ ਪਾਵਨ ਉਦਿਆਨ। ਵੈਸੇ ਨਿਸਬਾ ਸੁਰ ਤਹਾ ਉਤਰੇ ਸਰਬ ਮਸਾਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੇ ਗੁਰੂ ਸਵਾਰੇ ਸਤ ਸੰਗੀ ਜਣੋ, ਰੋਜ਼ਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਪਿਛਲੇ ਪਹਿਰਾਂ ਦੇ ਦੀਵਾਨ ਸਜਾਉਂਦੇ ਹੋਏ ਆਪ ਜੀ ਗੁਰੂ ਚਰਨਾਂ ਵਿਖੇ ਹਾਜ਼ਰੀਆਂ ਲਵਾ ਰਹੇ ਹੋ। ਆਓ ਲੜੀਵਾਰ ਇਤਿਹਾਸ ਦੀ ਕਥਾ ਵਿਚਾਰ ਨਾਲ ਜੁੜਨਾ ਕਰੀਏ ਜੀ। ਆਪਾਂ ਪਿਛਲੇ ਦਿਨੀ ਵਿਚਾਰਾਂ ਸਰਵਣ ਕਰ ਰਹੇ ਸੀ ਜਦੋਂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਸੁਲਤਾਨਪੁਰ ਦੇ ਸ਼ਮਸ਼ਾਨ ਘਾਟ ਵਿੱਚ ਜਾ ਬੈਠੇ ਔਰ ਇੱਕ ਦਿਨ ਉਹਨਾਂ ਦੇ ਸਹੁਰਾ ਸਾਹਿਬ ਮੂਲਾ ਖੱਤਰੀ ਅਤੇ ਪੰਡਤ ਸਮਝਾਉਣ ਵਾਸਤੇ ਆਏ, ਪਰ ਕੋਈ ਗੱਲ ਸਮਝ ਨਾ ਆਈ, ਵਾਪਸ ਚਲੇ ਗਏ। ਉਸ ਤੋਂ ਬਾਅਦ ਵੀ ਸਤਿਗੁਰੂ ਨਾਨਕ ਦੇਵ ਜੀ ਘਰੇ ਨਹੀਂ ਆਉਂਦੇ, ਹੁਣ ਉੱਥੇ ਹੀ ਬੈਠੇ ਰਹਿੰਦੇ ਆ। ਭਾਈ ਸਾਹਿਬ ਲਿਖਦੇ ਨੇ ਕਿ ਉਹ ਸ਼ਮਸ਼ਾਨ ਘਾਟ ਦੇ ਵਿੱਚ ਸਤਿਗੁਰ ਨੇ ਮਾਨੋ ਪਤਾ ਨਹੀਂ ਕਿਤਨੇ ਜੀਵਾਂ ਦਾ ਉਧਾਰ ਕਰ ਦਿੱਤਾ ਹੈ। ਇੱਕ ਦਿਨ ਬੈਠੇ ਬੈਠੇ ਸਤਿਗੁਰ ਜੀ ਕਹਿਣ ਲੱਗੇ, ਨਾ ਕੋ ਹਿੰਦੂ ਨਾ ਕੋ ਮੁਸਲਮਾਨ, ਨਾ ਕੋ ਹਿੰਦੂ ਨਾ ਕੋ ਤੁਰਕ, ਨਾ ਹਿੰਦੂ ਕੋ ਤੁਰਕ ਨਾ ਹੈ ਨਾ। ਇਦਾਂ ਦੇ ਵਚਨ ਰੋਜ਼ ਕਹਿਣ ਲੱਗੇ ਤੇ ਲੋਕ ਸੁਣਨ ਲੱਗੇ ਤੇ ਉਹ ਸੁਣਿਆ ਸੁਣਾਇਆ ਚੱਲਦਾ ਚੱਲਦਾ ਕਾਜ਼ੀਆਂ ਨੇ ਸੁਣ ਲਿਆ, ਮੁਸਲਮਾਨਾਂ ਨੇ। ਇੱਕ ਕਾਜ਼ੀ ਨੇ ਸੁਣਿਆ ਤੇ ਕਾਜ਼ੀ ਸਤਿਗੁਰਾਂ ਨੂੰ ਪੁੱਛਣ ਜਾਂਦਾ ਹੈ ਵੀ ਤੁਸੀਂ ਇਹ ਕਿਉਂ ਕਹਿੰਦੇ ਹੋ, ਨਾ ਕੋ ਹਿੰਦੂ ਨਾ ਕੋ ਮੁਸਲਮਾਨ। ਸਤਿਗੁਰ ਨਾਨਕ ਦੇਵ ਜੀ ਦਾ ਕੀ ਜਵਾਬ ਦਿੰਦੇ ਆ ਆਪਾਂ ਆਰੰਭ ਕਰਕੇ ਸਰਵਣ ਕਰਦੇ ਹਾਂ। ਉਸ ਤੋਂ ਪਹਿਲਾਂ ਗੁਰੂ ਚਰਨਾਂ ਵਿੱਚ ਲਵਾਈਏ ਹਾਜ਼ਰੀਆਂ। ਗੁਰੂ ਕਾ ਬਖਸ਼ਿਆ ਫਤਿਹ ਦਾ ਨਾਰਾ ਕਰੀਏ, ਬੁਲੰਦ ਗੱਜ ਕੇ ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਪਾਵਨਾ ਪਾਵੈ ਪੁਰ ਵਿਖੈ ਅਤ ਪਾਵਨ ਉਦਿਆਨ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਗੁਰੂ ਨਾਨਕ ਦੇਵ ਜੀ ਮਹਾਰਾਜ ਨਗਰ ਵਿੱਚ ਨਹੀਂ ਆਉਂਦੇ, ਉੱਥੇ ਸ਼ਮਸ਼ਾਨ ਘਾਟ ਵਿੱਚ ਹੀ ਬੈਠੇ ਰਹਿੰਦੇ ਹਨ। ਵੈਸੇ ਨਿਸਬਾ ਸੁਰ ਤਹਾ ਉਦਰੇ ਸਰਬ ਮਸਾਨ। ਔਰ ਦਿਨ ਰਾਤ ਲਗਭਗ 3 ਮਹੀਨੇ ਲਗਾਤਾਰ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਉਹ ਸ਼ਮਸ਼ਾਨ ਘਾਟ ਵਿੱਚ ਬੈਠੇ ਰਹੇ ਜੀ। ਚੌਪਈ
मुक्ति पाके सतगुर बैना न हिंदू को तुर्क न है ना। ਔਰ ਹੁਣ ਬੈਠੇ ਬੈਠੇ ਧੰਨ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ ਨਾ ਕੋ ਹਿੰਦੂ ਨਾ ਕੋ ਮੁਸਲਮਾਨ ਨਾ ਕੋਈ ਹਿੰਦੂ ਨਾ ਕੋਈ ਤੁਰਕ ਹੈ। जग में हिंदू तुर्क न को झूठे नाम धरावै दो। ਕਹਿੰਦੇ ਦੁਨੀਆ ਵਿੱਚ ਨਾ ਕੋਈ ਤੁਰਕ ਹੈ ਨਾ ਕੋਈ ਹਿੰਦੂ ਹੈ, ਐਵੇਂ ਸਭ ਝੂਠੇ ਨਾਮ ਧਰਾਏ ਹੋਏ ਹਨ। को न रह निकट सुनत है पुर में अपरन मिलत बनत है। ਇਹ ਗੱਲ ਸੁਣ ਕੇ ਜਦੋਂ ਲੋਕਾਂ ਦੇ ਕੰਨ ਵਿੱਚ ਪਈ ਤੇ ਲੋਕ ਆਪਸ ਵਿੱਚ ਗੱਲਾਂ ਕਰਦੇ ਹੈ ਵੀ ਗੁਰੂ ਨਾਨਕ ਦੇਵ ਵੈਸੇ ਉਹ ਗੁਰੂ ਕੋਈ ਨਹੀਂ ਕਹਿੰਦਾ ਸੀਗਾ, ਪਤਾ ਹੀ ਨਹੀਂ ਸੀ ਕੌਣ ਹੈ ਇਹ ਤਾਂ ਹੁਣ ਬਾਅਦ ਚ ਪਤਾ ਲੱਗਿਆ ਕਿ ਉਹ ਖੁਦ ਪਰਮੇਸ਼ਰ ਹਨ। ਤਾਂ ਗੱਲਾਂ ਕਰਦੇ ਆ ਵੀ ਜਿਹੜਾ ਮੋਦੀ ਨਾਨਕ ਹੁਣ ਸੁਲਤਾਨਪੁਰ ਸ਼ਮਸ਼ਾਨ ਘਾਟ 'ਚ ਬੈਠੇ ਹਨ, ਉਹ ਏਦਾਂ ਕਿਉਂ ਕਹੀ ਜਾਂਦੇ ਆ ਨਾ ਕੋਈ ਹਿੰਦੂ ਨਾ ਕੋਈ ਮੁਸਲਮਾਨ। को न रह निकट सुनत है पुर में अपरन मिलत बनत ਔਰ है। ਆਪਸ ਵਿੱਚ ਲੋਕ ਗੱਲਾਂ ਕਰਦੇ ਆ। ए विद सुनी शरवर निज काजी गमन्यो निकट बेक तन बाजी। ਇਸ ਤਰ੍ਹਾਂ ਲੋਕਾਂ ਤੋਂ ਗਾਹਾਂ ਦੀ ਗਾਹਾਂ ਇਹ ਗੱਲ ਇੱਕ ਕਾਜੀ ਨੇ ਵੀ ਸੁਣੀ ਹੈ ਤੇ ਕਾਜੀ ਨੇ ਹੈਰਾਨ ਹੋ ਕੇ ਸੋਚਿਆ ਵੀ ਇਹ ਕੀ ਕਾਰਨ ਹੈ, ਗੁਰੂ ਨਾਨਕ ਏਦਾਂ ਕਿਉਂ ਕਹਿੰਦਾ ਹੈ। ਤਾਂ ਇਹ ਵੀ ਚੱਲ ਪਿਆ ਪੁੱਛਣ ਵਾਸਤੇ। कछ कमन तै संग सिधारे वैसे श्री गुर आन निहारे। ਤਾਂ ਗੁਰੂ ਪਿਆਰਿਓ ਕੁਛ ਬੰਦੇ ਉਸ ਦੇ ਨਾਲ ਜਿਹੜਾ ਹਨ ਹੋਰ ਵੀ ਨਗਰ ਦੇ ਤੁਰ ਪਏ। ਇਹ 5-10 ਬੰਦੇ ਨਾਲ ਲੈ ਕੇ ਕਾਜੀ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਕੋਲ ਜੀ ਆਇਆ ਹੈ ਔਰ ਆ ਕੇ ਕਹਿੰਦਾ आनन बैन बखानत सो न हिंदो को तुर्क न को। ਮਹਾਰਾਜ ਅਸੀਂ ਕੀ ਸੁਣ ਰਹੇ ਹਾਂ। ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਕੀ ਤੁਸੀਂ ਕਹਿ ਰਹੇ ਹੋ ਨਾ ਕੋ ਹਿੰਦੂ ਨਾ ਕੋ ਮੁਸਲਮਾਨ, ਇਹਦਾ ਕੀ ਮਤਲਬ ਹੈ ਦੋਹਰਾ। निकट बैस काजी कहे अस कस करत बखान। ਤੁਸੀਂ ਏਦਾਂ ਕਿਉਂ ਕਹਿੰਦੇ ਹੋ ਜਦੋਂ ਕਿ ਸੁਲਤਾਨਪੁਰ ਵਿੱਚ ਹਿੰਦੂ ਵੀ ਵਸਦੇ ਆ ਮੁਸਲਮਾਨ ਵੀ ਵਸਦੇ ਆ। ਤੁਹਾਡਾ ਕੀ ਤਾਤਪਰਯ ਹੈ, ਤੁਹਾਡਾ ਕੀ ਮਤਲਬ ਹੈ ਜੀ। हिंदू तुर्क न जगत में हम क्यों सके पहचान। ਤੇ ਜਿਹੜੀ ਗੱਲ ਤੁਸੀਂ ਕਹਿੰਦੇ ਹੋ ਤੇ ਅਸੀਂ ਇਸ ਗੱਲ ਨੂੰ ਕਿਵੇਂ ਸਮਝੀਏ। ਤੁਸੀਂ ਕਹਿ ਰਹੇ ਹੋ ਨਾ ਕੋ ਹਿੰਦੂ ਨਾ ਕੋ ਮੁਸਲਮਾਨ। चौपाई जैते जग में दिसे सो हिंदू मुसलमान नर दो। ਮਹਾਰਾਜ ਦੁਨੀਆ ਵਿੱਚ ਹਾਲੀਆਂ ਤਾਂ ਦੇਖ ਰਹੇ ਆ ਆਪਣੇ ਸੁਲਤਾਨਪੁਰ ਵਿੱਚ ਹੀ ਕਿੰਨੇ ਹਿੰਦੂ ਤੇ ਕਿੰਨੇ ਮੁਸਲਮਾਨ ਵਸਦੇ ਆ। तुमरे कहन सदे हमारे उत्तर दीजे हृदय विचारे। ਤੁਹਾਡੇ ਇਸ ਕਹਿਣ ਦੇ ਉੱਤੇ ਸਾਨੂੰ ਸੰਦੇਹ ਸ਼ੰਕਾ ਜਿਹਾ ਪੈ ਗਿਆ ਹੈ, ਤਸੱਲੀ ਕਰਾਓ ਵੀ ਕਿਉਂ ਕਹਿੰਦੇ ਹੋ। लोक बिलोकत श्री गुर आरा चौदिस पीर पई तै ठौरा। ਔਰ ਕਾਜੀ ਜਿਹੜਾ ਹੈ ਗੁਰੂ ਨਾਨਕ ਪਾਤਸ਼ਾਹ ਜੀ ਦੇ ਕੋਲ ਬੈਠ ਗਿਆ ਪੁੱਛਣ ਦੇ ਲਈ ਅਤੇ ਲੋਕ ਜਿਹੜੇ ਹਨ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਾਰ ਛਪੇਰੇ ਘੇਰਾ ਘੱਟ ਕੇ ਕੋਈ ਬੈਠ ਗਿਆ ਤੇ ਕੋਈ ਖੜਾ ਹੈ। दर्शन दर्श दीन दयाला जिनके शरदा तै दुख टाला। ਕੋਈ ਤਾਂ ਬੜੀ ਸ਼ਰਧਾ ਪਿਆਰ ਦੇ ਨਾਲ ਸੁਣਨ ਵਾਸਤੇ ਆਇਆ, ਦਰਸ਼ਨਾਂ ਲਈ ਆਇਆ ਤੇ ਕਈ ਕਾਜੀ ਦੇ ਵਾਂਗੂ ਤਰਕ ਲੈ ਕੇ ਆਇਆ ਵੀ ਆਏ ਕਿਉਂ ਕਹਿੰਦਾ। काजी बच सुन पंकज बदना कुमत कदन सुख करना सदना। ਧੰਨ ਗੁਰੂ ਨਾਨਕ ਦੇ ਮਹਾਰਾਜ ਜੀ ਕਾਜੀ ਦੀ ਇਹ ਗੱਲ ਸੁਣ ਕਰਕੇ ਪੰਕਜ ਬਦਨਾ ਕਮਲ ਦੇ ਫੁੱਲ ਵਰਗੇ ਸੁੰਦਰ ਸਰੂਪ ਵਾਲੇ, ਕੁਮਤ ਕਦਨਾ ਸਾਡੀ ਮਾੜੀ ਮੱਤ ਨੂੰ ਕੱਟਣ ਵਾਲੇ, ਸੁਖ ਦੇ ਘਰ ਦਇਆ ਦੇ ਘਰ ਵਿੱਚ ਆ ਕੇ ਕਹਿਣ ਲੱਗੇ कहो श्लोक हित समझावना मत बंधन शुभ मार्ग पावना। ਔਰ ਸਤਿਗੁਰਾਂ ਨੇ ਫਿਰ ਉੱਥੇ ਇਸ ਪਵਿੱਤਰ ਸ਼ਬਦ ਉਚਾਰਿਆ ਹੈ। ਸ਼ਲੋਕ ਮਹੱਲਾ ਪਹਿਲਾ ਮਤ ਮੰਗਣ ਮਾੜੀ ਮਤ ਵਾਲਿਆਂ ਨੂੰ ਸਿੱਧੇ ਰਸਤੇ ਪਾਉਣ ਲਈ ਦੋ। ਸ਼ਲੋਕ ਮਹੱਲਾ ਪਹਿਲਾ मुसलमान कहावन मुश्किल जाहो बेटा मुसलमान कहावै। ਧੰਨ ਗੁਰੂ ਨਾਨਕ ਦੇ ਮਹਾਰਾਜ ਜੀ ਕਹਿੰਦੇ ਮੁਸਲਮਾਨ ਕਹਾਉਣਾ ਬਹੁਤ ਔਖਾ ਹੈ। ਭਾਵ ਕਿਸੇ ਪਦਵੀ ਨੂੰ ਪ੍ਰਾਪਤ ਕਰਕੇ ਉਸ ਪਦਵੀ ਦੇ ਵਰਗਾ ਬਣਨਾ ਜ਼ਰੂਰੀ ਹੈ। ਜੇ ਕੋਈ ਮੁਸਲਮਾਨ ਕਹਾਉਂਦਾ ਤੇ ਉਹਦੇ ਵਿੱਚ ਮੁਸਲਮਾਨ ਮਤ ਵਾਲੇ ਗੁਣ ਹੋਣੇ ਜ਼ਰੂਰੀ ਹਨ।
ਧੰਨ ਗੁਰੂ ਨਾਨਕ ਦੇਵ ਜੀ ਕਹਿੰਦੇ ਜਿਹੜਾ ਮਨੁੱਖ ਆਪਣੇ ਆਪ ਨੂੰ ਮੁਸਲਮਾਨ ਕਹਾਉਂਦਾ ਹੈ, ਪਹਿਲਾਂ ਕੀ ਉਹਦੇ ਵਿੱਚ ਪ੍ਰਭੂ ਦੇ ਭਗਤਾਂ ਦੇ ਧਰਮ ਨੂੰ ਮਿੱਠਾ ਕਰਕੇ ਮੰਨਣ ਵਾਲੇ ਦਇਆ ਆਦਿ ਗੁਣ ਹਨ ਕਿ ਨਹੀਂ। ਅਬਲ ਔਲ ਦੀਨ ਕਰ ਮਿੱਠਾ ਮਸਕਲ ਮਾਨਾ ਮਾਲ ਮੁਸਾਵੈ। ਅਬਲ ਔਲ, ਅਬਲ ਸਭ ਤੋਂ ਪਹਿਲਾਂ ਤਾਂ ਪਰਮੇਸ਼ਰ ਦੇ ਭਾਣੇ ਨੂੰ ਮੰਨਦਾ ਮਿੱਠਾ ਕਰਕੇ। ਕੀ ਉਸਨੇ ਆਪਣੇ ਮਾਣ ਨੂੰ, ਆਪਣੇ ਹੰਕਾਰ ਨੂੰ, ਦੌਲਤ ਦੇ ਘਮੰਡ ਨੂੰ ਮਿਟਾ ਲਿਆ ਹੈ ਤਾਂ ਉਹ ਮੁਸਲਮਾਨ ਕਹਾ ਸਕਦਾ ਹੈ। ਹੋਏ ਮੁਸਲਮ ਦੀਨ ਮੁਹਾਨੈ ਮਰਨ ਜੀਵਨ ਕਾ ਭਰਮ ਚੁਕਾਵੈ। ਕੀ ਮੁਸਲਿਮ ਮੁਸਲਾ ਹੁੰਦਾ ਕੱਟਣਾ, ਕੀ ਉਸ ਨੇ ਆਪਣੇ ਅੰਦਰੋਂ ਇਹਨਾਂ ਔਗਣਾਂ ਨੂੰ ਕੱਟ ਲਿਆ, ਖਤਮ ਕਰ ਲਿਆ ਹੈ? ਕੀ ਉਹ ਪੈਗੰਬਰ ਦਾ ਸੱਚਾ ਮੁਰੀਦ ਬਣ ਗਿਆ ਹੈ? ਕਿ ਉਸਨੇ ਆਪਣੇ ਆਪ ਨੂੰ ਜੰਮਣ ਮਰਨ ਤੋਂ ਪਰੇ ਕਰ ਲਿਆ ਹੈ? ਕਿ ਜੰਮਣ ਮਰਨ ਨੂੰ ਉਹਨੇ ਸਮਝ ਲਿਆ ਕਿ ਜੰਮਣਾ ਮਰਨਾ ਕੀ ਹੈ? ਕਿ ਇਹਨਾਂ ਭਰਮਾਂ ਵਿੱਚੋਂ ਨਿਕਲਿਆ ਤਾਂ ਉਹ ਮੁਸਲਮਾਨ ਕਹਾ ਸਕਦਾ ਹੈ। ਰੱਬ ਕੀ ਰਜਾਏ ਮਨੇ ਸਿਰ ਉਪਰ ਕਰਤਾ ਮਨੇ ਆਪ ਗਵਾਵੈ। ਔਰ ਪਰਮੇਸ਼ਰ ਦੇ ਭਾਣੇ ਨੂੰ ਹਮੇਸ਼ਾ ਸੱਤ ਕਰਕੇ ਮੰਨੇ, ਉਸ ਦੀ ਹੁਕਮ ਨੂੰ ਸੱਤ ਕਰਕੇ ਮੰਨੇ ਤਾਂ ਮੁਸਲਮਾਨ ਸਹੀ ਹੋ ਸਕਦਾ। ਔ ਨਾਨਕ ਸਰਬ ਜੀਆ ਮੈਂ ਰਹਿਮਤ ਹੋਏ ਤਾਂ ਮੁਸਲਮਾਨ ਕਹਾਵੈ। ਕੀ ਜੀਵਾਂ ਦੇ ਉੱਤੇ ਦਇਆ ਕਰਦਾ ਹੈ ਜਿਹੜਾ ਆਪਣੇ ਆਪ ਨੂੰ ਮੁਸਲਮਾਨ ਕਹਾਉਂਦੇ। ਆਪਾਂ ਦੇਖਿਆ ਕਿ ਔਰੰਗਜ਼ੇਬ ਕਿੰਨਾ ਕੱਟੜ ਸੀਗਾ। ਉਸਨੇ ਹਿੰਦੁਸਤਾਨ ਦੇ ਭਾਰਤ ਵਾਸੀਆਂ ਨੂੰ, ਲੋਕਾਂ ਨੂੰ ਮੁਸਲਮਾਨ ਬਣਾਉਣ ਦੇ ਲਈ ਕਿਤਨੀ ਕੱਟੜਤਾ ਕੀਤੀ, ਇੱਥੋਂ ਤੱਕ ਕਿ ਜਿਹੜਾ ਨਹੀਂ ਬਣਦਾ ਮੁਸਲਮਾਨ ਉਹਨੂੰ ਮਾਰ ਦਿਓ। ਤੇ ਪਾਤਸ਼ਾਹ ਬਾਬਾ ਨਾਨਕ ਜੀ ਪਹਿਲਾਂ ਕਹਿ ਰਹੇ ਹਨ ਮੁਸਲਮਾਨ ਹੋਣਾ ਕੋਈ ਸੌਖੀ ਜੀ ਗੱਲ ਨਹੀਂ। ਇਸ ਕਰਕੇ ਜੇ ਕੋਈ ਕੇਵਲ ਤੇ ਕੇਵਲ ਬਾਹਰੀ ਤੌਰ ਤੇ ਧਾਰਮਿਕ ਬਾਣਾ ਪਹਿਨ ਕੇ ਅੰਦਰੋਂ ਬਦਲਦਾ ਨਹੀਂ ਤਾਂ ਫਿਰ ਉਹ ਬਾਣੇ ਦਾ ਕੋਈ ਤਲਕ ਨਹੀਂ ਰਹਿ ਜਾਂਦਾਗਾ। ਚਾਹੇ ਉਹ ਸਿੱਖੀ ਦਾ ਬਾਣਾ ਹੈ, ਚਾਹੇ ਹਿੰਦੂ ਮਤ ਦਾ ਬਾਣਾ ਹੈ, ਚਾਹੇ ਮੁਸਲਮਾਨੀ ਮਤ ਦਾ ਧਰਮ ਦਾ ਬਾਣਾ ਹੈ। ਉਸ ਬਾਣੇ ਨੂੰ ਪਾਉਣ ਦਾ ਮਤਲਬ ਹੈ ਮੁਰਦਾ ਹੋਏ ਮੁਰੀਦ ਨਾ ਗੱਲੀ ਹੋਵਣਾ ਮੁਰੀਦ। ਭਾਵ ਜੀ ਨੇ ਆਪਣੇ ਆਪ ਨੂੰ ਮਾਰ ਲਿਆ ਹੈ। ਗੱਲਾਂ ਬਾਤਾਂ ਨਾਲ ਕੋਈ ਪਰਮੇਸ਼ਰ ਨਾਲ ਨਹੀਂ ਮਿਲ ਸਕਦਾ। ਇਸ ਕਰਕੇ ਤੋ ਨਾਨਕ ਸਰ ਜੀਆਂ ਮਿਹਰਮਤ ਹੋਏ ਕਿ ਉਹ ਸਾਰੇ ਜੀਵਾਂ ਤੇ ਦਇਆ ਕਰਦਾ, ਮਿਹਰ ਕਰਦਾ ਤਾਂ ਮੁਸਲਮਾਨ ਕਹਾਉਣ ਦੇ ਯੋਗ ਹੈ। ਨਹੀਂ ਤਾਂ ਬਣੇ ਫਿਰੋ ਮੁਸਲਮਾਨ। ਮੈਂ ਨਹੀਂ ਮੰਨਦਾ ਕੋਈ ਸਹੀ ਮੁਸਲਮਾਨ ਹੈ ਇੱਥੇ। ਇਸੇ ਤਰ੍ਹਾਂ ਬਾਣੀ ਵਿੱਚ ਸਾਨੂੰ ਇਨਸਾਨ ਬਣਨ ਦੀ ਗੱਲ ਕਰਦੇ ਬਾਬਾ ਜੀ। ਬੰਦਾ ਹੋਏ ਸੋ ਬੰਦਗੀ ਗਾਹੈ। ਬੰਦਾ ਉਹ ਹੈ ਜਿਹੜਾ ਬੰਦਗੀ ਕਰਦਾ ਹੈ। ਬੰਦਕ ਹੋਏ ਬੰਦ ਸੁਧ ਲਹੈ। ਜਿਸ ਤਰ੍ਹਾਂ ਸ਼ਿਕਾਰੀ ਜੰਗਲ ਵਿੱਚ ਵੜ ਕੇ ਸ਼ਿਕਾਰ ਲੱਭ ਲੈਂਦਾ ਹੈ, ਉਸੇ ਤਰ੍ਹਾਂ ਇਹ ਬੰਦਾ ਆਪਣੇ ਅੰਦਰ ਵੜੇ ਤੇ ਆਪਣੇ ਅੰਦਰੋਂ ਆਪਣੇ ਆਪ ਨੂੰ ਲੱਭੇ ਕਿ ਮੈਂ ਕੌਣ। ਸਰੀਰ ਦੇ ਗੂਠੇ ਤੋਂ ਲੈ ਕੇ ਸਿਰ ਦੇ ਜੂੜੇ ਤੱਕ ਕਿੰਨੇ ਪਾਰਟ ਹੈ ਸਰੀਰ ਦੇ, ਪਰ ਇਹਨਾਂ ਵਿੱਚ ਆਪਾਂ ਕਿੱਥੇ ਆ? ਆਪਣੀ ਅਸਲੀਅਤ ਕੀ ਹੈ? ਨਾ ਆਪਾਂ ਹੱਥ ਹੈ, ਨਾ ਪੈਰ ਹੈ, ਨਾ ਨੱਕ ਹੈ, ਨਾ ਮੂੰਹ ਹੈ। ਗੁਰੂ ਪਿਆਰਿਓ, ਤੇ ਫਿਰ ਆਪਾਂ ਕੌਣ ਹੋਏ? ਜਿਸ ਨੇ ਇਸ ਗੱਲ ਨੂੰ ਸਮਝ ਲਿਆ ਉਹ ਹੀ ਬੰਦਾ ਹੈ। ਬੰਦਾ ਹੋਏ ਸਭ ਬੰਦਗੀ ਗਾਹੈ। ਬੰਦ ਕੋ ਹੋਏ ਬੰਦ ਸੁਧ ਲਹੈ। ਬੰਦ ਕਹਿੰਦੇ ਜਿਹਦੇ ਵਿੱਚ ਬੰਦੀਆਂ ਹੋਇਆ ਸਰੀਰਾਂ ਦੇ ਵਿੱਚ। ਇਸ ਬੰਧਨ ਦੀ, ਜੰਮਣ ਮਰਨ ਦੀ, ਬੰਧਨਾਂ ਦੀ, ਮੁਕਤੀ ਦੀ ਜਿਹੜਾ ਇਹ ਖਬਰ ਲਵੇ ਮੈਂ ਤਾਂ ਉਸੇ ਨੂੰ ਬੰਦਾ ਮੰਨਦਾ ਹਾਂ। ਸ਼ਲੋਕ ਮਹਲਾ ਪਹਿਲਾ। ਮਿਹਰ ਮਸੀਤ ਸਿਦਕ ਮੁਸਲਾ ਹੱਕ ਹਲਾਲ ਕੁਰਾਨ। ਸਿਦਕ ਮੁਸਲਾ ਸ਼ਬਦ ਨਹੀਂ ਪੜਨਾ, ਇਹਨੂੰ ਪੜਨਾ ਮੁਸੱਲਾ। ਮੁਸੱਲਾ ਹੁੰਦੀ ਹੈ ਚਾਦਰ ਥੱਲੇ ਵਿਛਾਉਣ ਵਾਲੀ। ਤਾਂ ਮੁਸਲਮਾਨ ਜਿਹੜੇ ਨਮਾਜ਼ ਕਰਦੇ ਹਨ, 5 ਨਮਾਜ਼ਾਂ ਕਰਦੇ ਆ। ਧੰਨ ਗੁਰੂ ਨਾਨਕ ਦੇਵ ਜੀ ਕਹਿੰਦੇ ਤੁਹਾਡੀਆਂ 5 ਨਮਾਜ਼ਾਂ ਵਿੱਚ 5 ਗੁਣ ਵੀ ਹੋਣੇ ਜ਼ਰੂਰੀ ਹੈ। ਜਿਵੇਂ ਜਨੇਊ ਪਾਉਣ ਵਾਲੇ ਬ੍ਰਾਹਮਣ ਹਰਦਿਆਲ ਪੰਡਤ ਦੇ ਨਾਲ ਗੱਲ ਕਰਦੇ ਆ, ਹਿੰਦੂਆਂ ਨੂੰ ਸਮਝਾਉਂਦੇ ਆ ਕਿ ਜੇ ਤੁਸੀਂ ਇਹ ਜਨੇਊ ਪਾਇਆ ਤਾਂ ਕੀ ਤੁਹਾਡੇ ਵਿੱਚ ਦਇਆ ਹੈ, ਸਤ ਹੈ, ਸੰਤੋਖ ਹੈ, ਜਤ ਸਤ ਹੈ। ਦਇਆ ਕਪਾ ਸੰਤੋਖ ਸੁਤ ਜਤ ਗੰਢੀ ਸਤ ਵਟ। ਇਹ ਜਨੇਊ ਜੀ ਕਾ ਹੈ ਤਾਂ ਪਾਂਡਾ ਕਤ। ਇਹ 3 ਹੈ ਧਰਮ ਦੇ ਕੇ ਬੰਦਾ ਫਲਾਣੇ ਧਰਮ ਦੇ ਵਿੱਚ ਹੈ ਕਿ ਅੰਦਰੋਂ ਉਹ ਧਰਮੀ ਹੈ ਕਿ ਨਹੀਂ ਹੈ। ਸਰਬ ਧਰਮ ਹੈ ਸ਼੍ਰੇਸ਼ਟ ਧਰਮ। ਹਰ ਕੋ ਨਾਮ ਜਪ ਨਿਰਮਲ ਕਰਮ। ਚੰਗੇ ਕੰਮ ਕਰੇ, ਪਰਮੇਸ਼ਰ ਦਾ ਨਾਮ ਜਪੇ, ਇਹ ਸਭ ਤੋਂ ਉੱਤਮ ਧਰਮ ਹੈ। 5ਵੇਂ ਪਾਤਸ਼ਾਹ ਜੀ ਕਹਿੰਦੇ। ਧੰਨ ਗੁਰੂ ਨਾਨਕ ਦੇਵ ਜੀ ਕਹਿੰਦੇ ਜਿਹੜਾ ਅਸਲੀ ਮੁਸਲਮਾਨ ਹੈ ਉਹ ਮਿਹਰ ਦੀ ਮਸੀਤ ਵਿੱਚ ਵਸਦਾ ਹੈ। ਭਾਵ ਜੀਵਾਂ ਤੇ ਦਇਆ ਕਰਦਾ ਹੈ।
ਸਿਦਕ ਮੁਸੱਲਾ ਕੇਵਲ ਚਾਦਰ ਵਿਛਾਲੀ ਤੇ ਨਵਾਜ਼ ਕਰ ਲਈ, ਹੌਚਾ ਨੀਵਾ ਹੋ ਕੇ ਹੱਥ ਏਦਾਂ ਕਰਕੇ ਓਦਾਂ ਕਰਕੇ ਓਦਾਂ ਕਰਕੇ, ਇਹ ਨਵਾਜ਼ ਨਹੀਂ ਹੈ। ਕੀ ਆਪਣੇ ਸਿਦਕ ਤੇ ਖੜਾ, ਸਬਰ ਸੰਤੋਖ ਤੇ ਖੜਾ, ਸਿਦਕ ਦੇ ਮੁਸੱਲੇ ਤੇ ਖੜ ਕੇ ਨਵਾਜ਼ ਕਰੇ। ਚਾਦਰ ਤੇ ਨਹੀਂ, ਕੇਵਲ ਸਿਦਕ ਤੇ ਵੀ ਖੜਾ ਹੋਵੇ। ਮਿਹਰ ਮਸੀਤ ਸਿਦਕ ਮੁਸੱਲਾ, ਮੁਸੱਲਾ ਕਹਿੰਦੇ ਆ ਚਾਦਰ ਨੂੰ। ਹੱਕ ਹਲਾਲ ਕੁਰਾਨ, ਹਲਾਲ ਦਾ ਖਾਣਾ ਹੈ ਤੇ ਹਲਾਲ ਦਾ ਖਾਣਾ ਮਤਲਬ ਆਪਣੀ ਕਿਰਤ ਕਰਕੇ ਖਾਣਾ। ਇਹ ਜਿਹੜਾ ਹੱਕ ਦਾ ਖਾਣਾ ਹੈ, ਇਹੋ ਹੀ ਕੁਰਾਨ ਨੂੰ ਪੜ੍ਹਨਾ ਹੈ ਕਿ ਕੁਰਾਨ ਕੀ ਕਹਿੰਦੀ ਆ। ਹੁਣ ਜਿਵੇਂ ਛੋਟੇ ਸਾਹਿਬਜ਼ਾਦਿਆਂ ਦੀ ਗੱਲ ਕਰੀਏ, ਵਜੀਦੇ ਨੇ ਉਹਨਾਂ ਨੂੰ ਸ਼ਹੀਦ ਕਰਨ ਵੇਲੇ ਕਾਜੀ ਨੂੰ ਪੁੱਛਦਾ ਹੈ, ਕਾਜੀ ਸਾਹਿਬ ਕੀ ਕਹਿੰਦੀ ਹੈ ਸਾਡੀ ਕੁਰਾਨ? ਕਿਉਂਕਿ ਜੱਜ ਜਿੰਨਾ ਚਿਰ ਫੈਸਲਾ ਦਿੰਦਾ ਉਹ ਚਿਰ ਸਜ਼ਾ ਨਹੀਂ ਕੀਤੀ ਜਾ ਸਕਦੀ। ਉਹਨਾਂ ਦਾ ਜੱਜ ਕਾਜੀ ਹੈ, ਕਾਜੀ ਨੂੰ ਪੁੱਛਦਾ ਕੀ ਕਹਿੰਦੀ ਹੈ ਕੁਰਾਨ? ਹੁਣ ਕੁਰਾਨ ਦੇ ਸ਼ਬਦਾਂ ਨੂੰ ਪੜ੍ਹ ਕੇ ਕਹਿੰਦਾ ਜੀ ਸਾਡੀ ਕੁਰਾਨ ਕਹਿੰਦੀ ਆ ਐਸੇ ਬੱਚਿਆਂ ਨੂੰ ਕੰਧ ਵੀ ਖੜਾ ਕੇ ਚਿਣਕੇ ਮਾਰ ਦਿਓ। ਜੇ ਵੀ ਉਹ ਧਾਰਮਿਕ ਪੁਸਤਕ ਹੈ ਫਿਰ ਤਾਂ ਉਹਦੇ ਵਿੱਚ ਨਹੀਂ ਲਿਖਿਆ ਹੋਣਾ, ਇਹ ਕਾਜੀ ਨੇ ਆਪਦੇ ਕੋਲੋਂ ਬਣਾ ਕੇ ਕਹਿ ਦਿੱਤਾ। ਕੋਈ ਸਤਨਾਮ। ਹੁਣ ਸਾਡੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਸਾਡਾ ਤਾਂ ਚਲੋ ਅਸੀਂ ਇਸ ਦੇ ਪੈਰੋਕਾਰ ਹੈ, ਇਹਦੇ ਨਾਲ ਜੁੜੇ ਹੋਏ ਆ, ਵੈਸੇ ਸਾਰਿਆਂ ਦਾ ਹੈ। ਹੁਣ ਗੁਰਬਾਣੀ ਦੇ ਵਿੱਚ ਜੋ ਲਿਖਿਆ ਹੈ, ਜੇ ਅਸੀਂ ਉਹਦੇ ਉਲਟ ਚੱਲ ਕੇ ਕਹਾਂਗੇ ਕਿ ਗੁਰਬਾਣੀ 'ਚ ਲਿਖਿਆ ਹੈ, ਫਿਰ ਇਹ ਗੱਲ ਕਦੇ ਵੀ ਸੱਚੀ ਨਹੀਂ ਹੋ ਸਕਦੀ। ਕੋਈ ਸਤਨਾਮ। ਗੁਰਬਾਣੀ ਦੇ ਸਭ ਨਾਲ ਪਿਆਰ ਕਰਨ ਦੀ ਗੱਲ ਕਰਦੀ ਆ, ਦਇਆ ਕਰਨ ਦੀ ਗੱਲ ਕਰਦੀ ਆ, ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੌਂ ਵਰਨਾ ਕੋ ਸਾਂਝੇ ਦੀ ਗੱਲ ਕਰਦੀ ਆ। ਧੰਨ ਗੁਰੂ ਨਾਨਕ ਦੇਵ ਜੀ ਕਹਿੰਦੇ ਜਿਹੜਾ ਅਸਲੀ ਮੁਸਲਮਾਨ ਹੈ ਉਹਦੀਆਂ ਨਿਵਾਜ਼ਾਂ ਕਿਹੋ ਜੀਆਂ ਹੁੰਦੀਆਂ ਸੁਣੋ। ਮਿਹਰ ਦੀ ਮਸੀਤ ਵਿੱਚ ਖੜ ਕੇ, ਦਇਆ ਦੇ ਘਰ 'ਚ ਆ ਕੇ, ਸਿਦਕ ਦੀ ਚਾਦਰ ਤੇ ਖੜ ਕੇ ਸਿਦਕ ਲੈ ਕੇ ਹੱਕ ਹਲਾਲ ਦਾ ਖਾਵੇ, ਇਹ ਕੁਰਾਨ ਦਾ ਪੜ੍ਹਨਾ ਹੈ। ਸਰਬ ਸੁਨਨਤ ਸੀਲ ਰੋਜਾ ਹੋ ਮੁਸਲਮਾਨ। ਸ਼ਰਮ ਦਾ ਇੱਕ ਅਰਥ ਹੈ ਮਿਹਨਤ ਕਰਨੀ, ਤੇ ਸੱਸੇ ਬਿੰਦੀ ਲਾ ਕੇ ਸ਼ਰਮ ਕਹਿ ਦਈਏ, ਇਹਦਾ ਮਤਲਬ ਹੈ ਸ਼ਰਮ ਮੰਨਣੀ, ਮਾੜੇ ਕੰਮਾਂ ਤੋਂ ਗੁਰੇਜ਼ ਕਰਨਾ। ਕੋ ਸਤਨਾਮ। ਹੁਣ ਸੁਨਨਤ ਉਹ ਗੁਰੂ ਪਿਆਰਿਓ ਬੱਚੇ ਦੇ ਅੰਗ ਨੂੰ ਕੱਟ ਕੇ ਸੁਨਨਤ ਕਰਦੇ ਆ, ਤੇ ਸੁਨਨਤ ਕਰਕੇ ਕਹਿੰਦੇ ਆ ਮੁਸਲਮਾਨ ਹੋ ਗਏ ਆ। ਕਹਿੰਦੇ ਐਦਾਂ ਕੋਈ ਮੁਸਲਮਾਨ ਨਹੀਂ ਹੋ ਸਕਦਾਗਾ। ਅਸਲੀ ਸੁਨਨਤ ਜਿਹੜੀ ਹੈ ਉਹ ਮਿਹਨਤ ਦੀ ਹੈ, ਕਿਰਤ ਕਰਨੀ, ਨਾਮ ਜਪਣਾ, ਵੰਡ ਛਕਣਾ। ਕਿਉਂਕਿ ਬਾਬੇ ਨਾਨਕ ਨੇ ਸਾਰੇ ਸੰਸਾਰ ਵਿੱਚ ਵਿਚਰਨਾ ਕੀਤਾ 4 ਉਦਾਸੀਆਂ ਲਾ ਕੇ, ਤੇ ਜਿੱਥੇ ਜਿਹੋ ਜਿਹੇ ਲੋਕ ਵੱਸਦੇ ਸੀ ਉੱਥੇ ਉਹੋ ਜਿਹੀ ਭਾਸ਼ਾ ਵਿੱਚ ਗੱਲ ਕੀਤੀ ਆ। ਮਾਰੂ ਰਾਗ ਦੇ ਵਿੱਚ ਗੁਰੂ ਪਿਆਰਿਓ ਇਹ ਸ਼ਬਦ ਜਿਹੜੇ ਹਨ ਸਾਰੇ ਲਿਖੇ ਹੋਏ ਹਨ। ਜੇ ਮੁਸਲਮਾਨਾਂ ਨੂੰ ਮਿਲੇ ਤਾਂ ਉਹਨਾਂ ਦੀ ਉਰਦੂ ਫਾਰਸੀ ਦੇ ਸ਼ਬਦ ਵਰਤ ਕੇ ਉਹਨਾਂ ਨੂੰ ਉਵੇਂ ਸਮਝਾਇਆ ਤਾਂ ਕਿ ਸੌਖੀ ਸਮਝ ਆ ਜਾਏ। ਜਿਸ ਤਰ੍ਹਾਂ ਗੁਰੂ ਪਿਆਰਿਓ ਜਦ ਮੁਲਾਣੇ ਦੇ ਕੋਲੇ ਪੜ੍ਹਨ ਵਾਸਤੇ ਬਾਬੇ ਨਾਨਕ ਨੂੰ ਛੱਡ ਕੇ ਆਉਂਦੇ ਆ ਮਹਿਤਾ ਕਾਲੂ ਜੀ, ਤਾਂ ਉੱਥੇ ਸ਼ਬਦ ਉਚਾਰਦੇ ਨੇ, ਯਕ ਅਰਜ਼ ਗੁਫਤਾ ਪੇਸ਼ ਤੋਦਰ ਗੋਸ਼ ਕੁਨ ਕਰਤਾਰ ਹੱਕਾ ਕਬੀਰ ਕਰੀਮ ਤੋਂ ਬੇਆ ਪਰਵਦਗਾਰ ਦੁਨੀਆ ਮੁਕਾਮੇ ਫਾਨੀ ਤਹਿਕੀਕ ਦਿਲਦਾਨੀ ਮਾਮਸਰ ਮੁਏ ਜਲਾਲ ਗਿਰਫਤ ਹੈ ਦਿਲ ਹੇਚ ਨਦਾਨੀ। ਤੇ ਇਸ ਤਰ੍ਹਾਂ ਗੁਰੂ ਪਿਆਰੋ ਉੱਥੇ ਫਾਰਸੀ ਵਰਤਦੇ ਐ। ਜਦ ਹਿੰਦੂਆਂ ਨਾਲ ਗੱਲ ਕਰਦੇ ਉਹਨਾਂ ਦੀ ਭਾਸ਼ਾ ਵਿੱਚ ਗੱਲ ਕਰਦੇ ਹਨ, ਗੁਰੂ ਪਿਆਰੋ ਗੁਰਮੁਖੀ ਵਿੱਚ ਗੱਲ ਕਰਦੇ ਐ। ਜੇ ਕਿਸੇ ਹੋਰ ਇਲਾਕੇ ਜਾਂਦੇ ਆ ਉੱਥੋਂ ਦੀ ਭਾਸ਼ਾ ਵਰਤਦੇ ਆ, ਕਿਉਂਕਿ ਉਹ ਖੁਦ ਪਰਮੇਸ਼ਰ ਆ, ਸਾਰੀਆਂ ਭਾਸ਼ਾ ਜਾਣਦੇ ਆ। ਮੇਰੇ ਪ੍ਰੀਤਮ ਜੀ ਕਹਿੰਦੇ ਸਰਮ ਸੁਨਨਤ, ਮਿਹਨਤ ਕਰਨੀ, ਇਹ ਸੁਨਨਤ ਹੋਵੇ ਸਾਡੀ। ਸੀਲ ਰੋਜਾ, ਨਿਮਰਤਾ ਰੱਖਣੀ, ਇਹ ਸਾਡਾ ਰੋਜਾ ਹੋਵੇ। ਜਦੋਂ ਮੁਸਲਮਾਨ ਰੋਜਾ ਤੋੜਦਾ ਨਾ, ਸਾਰਾ ਦਿਨ ਕੁਝ ਖਾਦਾ ਨਹੀਂ, 30 ਦਿਨਾਂ ਦੇ ਰੋਜੇ ਹੁੰਦੇ ਆ ਇਹਨਾਂ ਦੇ, ਤੇ ਜਦੋਂ ਰੋਜੇ ਇਹ ਤੋੜਦੇ ਆ ਭਾਵ ਗੱਲ ਪੂਰੀ ਹੁੰਦੀ ਹੈ, ਫਿਰ ਇੱਕ ਦੂਜੇ ਨੂੰ ਗਲਵਕੜੀਆਂ ਪਾ ਪਾ ਕੇ ਮਿਲਦੇ ਆ। ਤੇ ਬਾਬਾ ਜੀ ਕਹਿੰਦੇ ਇੱਥੇ ਸੀਲ, ਨਿਮਰਤਾ, ਪ੍ਰੇਮ, ਤਾਂ ਤੇਰਾ ਰੋਜਾ ਸਫਲਾ ਜੇ ਤੂੰ ਪ੍ਰੇਮ ਕਰਦਾ ਹੈ। ਸੱਚ ਕਹੋ ਸੁਣ ਲਿਓ ਸਭ ਹੈ, ਜੇ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। 10ਵੇਂ ਪਾਤਸ਼ਾਹ ਜੀ ਨੇ ਇਉਂ ਕਹਿ ਦਿੱਤਾ। ਤਾਂ ਹੋ ਮੁਸਲਮਾਨ ਕਾਜੀ ਸਾਹਿਬ ਜਿਹਦੇ ਵਿੱਚ ਇਹ ਲੱਛਣ, ਇਹ ਗੁਣ ਹਨ, ਉਹਨੂੰ ਮੁਸਲਮਾਨ ਮੰਨਦਾ, ਵਰਨਾ ਇੱਥੇ ਕੋਈ ਹਿੰਦੂ ਨਹੀਂ, ਕੋਈ ਮੁਸਲਮਾਨ ਨਹੀਂ। ਕਰਨੀ ਕਾਬਾ ਸੱਚ ਪੀਰ ਕਲਮਾ ਕਰਮ ਨਿਵਾਜ। ਹਾਂ, ਕਰਨੀ ਕਾਬਾ, ਸਾਡੀ ਜਿਹੜੀ ਕਰਨੀ, ਸਾਡਾ ਜੀਵਨ ਕਿਹੋ ਜਿਹਾ ਹੈ।
ਕਿ ਅਸੀਂ ਜੋ ਦੁਨੀਆ ਨੂੰ ਦਿਖਾਵਾ ਕੀਤਾ ਹੋਇਆ ਬਾਹਰੀ ਤੌਰ ਤੇ ਵਸਤਰ ਪਹਿਨ ਕੇ ਅੰਦਰੋਂ ਉਹੇ ਜੇ ਹਾਂ, ਜੇ ਅੰਦਰੋਂ ਉਹੇ ਜੇ ਨਹੀਂ ਤੇ ਬਾਹਰੀ ਤੌਰ ਤੇ ਪਹਿਨਣ ਦਾ ਇੱਕ ਪਖੰਡ ਹੈ, ਇੱਕ ਬਹੁ ਰੂਪੀਆਪਨ ਹੈ। ਕਹੋ ਸਤਿਨਾਮ। ਬਹੁ ਰੂਪੀਆ ਵੀ ਕੱਪੜੇ ਬੜੇ ਬਦਲਦਾ ਹੈ, ਕਦੇ ਕੁਛ ਬਣਦਾ ਕਦੇ ਕੁਛ ਬਣਦਾ ਹੈ, ਕਦੇ ਕਦੇ ਥਾਣੇਦਾਰ ਦੀ ਵਰਦੀ ਪਾ ਕੇ ਵੀ ਆ ਜਾਂਦਾ ਉਹ, ਹੱਥ 'ਚ ਕਿਤਾਬ ਜੀ ਫੜ ਕੇ ਡੰਡਾ ਜਿਹਾ ਲੈ ਕੇ, ਜਿਵੇਂ ਥਾਣੇਦਾਰ ਦੀ ਪਾਵਰ ਥੋੜੀ ਆ ਉਹਦੇ ਕੋਲ। ਕੋ ਸਤਿਨਾਮ। ਉਹ ਇੱਕ ਬਹੁ ਰੂਪੀ ਹੈ। ਤਾਂ ਇਹ ਮਨੁੱਖ ਜੇ ਧਰਮਾਂ ਦੇ ਬਾਣੇ ਪਾ ਕੇ, ਚੋਗੇ ਪਾ ਕੇ ਆਪਣੇ ਆਪ ਨੂੰ ਧਰਮੀ ਕਹਾਉਂਦਾ ਪਰ ਅੰਦਰੋਂ ਹੈ ਨਹੀਂ, ਤਾਂ ਨਾਨਕ ਜੀ ਕਹਿੰਦੇ ਮੈਂ ਹੁਣ ਵੀ ਕਹਿਣਾ, ਨਾ ਕੋ ਹਿੰਦੂ ਨਾ ਕੋ ਮੁਸਲਮਾਨ, ਕਰਨੀ ਕਾਬਾ। ਕਾਬਾ ਹੁੰਦਾ ਗੁਰੂ ਪਿਆਰਿਓ ਉਹ ਅਸਥਾਨ, ਉਹ ਕਮਰਾ, ਉਹ ਜਗ੍ਹਾ ਜਿੱਥੇ ਖੜ ਕੇ ਸਿਮਰਨ ਕਰਦੇ ਆ, ਨਮਾਜ਼ ਕਰਦੇ ਆ। ਸੱਚ ਪੀਰ ਤੇ ਸਭ ਤੋਂ ਵੱਡਾ ਪਰਮੇਸ਼ਰ ਹੈ ਸੱਚ। ਇੱਥੇ ਉਹਨਾਂ ਨੂੰ ਕਹਿੰਦਾ ਤੁਹਾਡਾ ਪੀਰ ਸੱਚ ਹੋਵੇ, ਸਾਨੂੰ ਕਹਿੰਦਾ ਆਦਿ ਸੱਚ, ਜੁਗਾਦ ਸੱਚ, ਹੈਪੀ ਸੱਚ, ਨਾਨਕ ਹੋਸੀ ਸੱਚ। ਕਿਉਂਕਿ ਸੱਚ ਜਿਹੜਾ ਉਹ ਸਾਰਿਆਂ ਵਿੱਚ ਜ਼ਰੂਰੀ ਆ। ਸੱਚ ਇੱਕ ਸਾਂਝਾ ਸ਼ਬਦ ਹੈ। ਮੁਸਲਮਾਨ ਵੀ ਜਿਹੜਾ ਆਪਣੇ ਕਿਰਤ ਵਿੱਚ, ਜੀਵਨ ਵਿੱਚ ਸੱਚ ਵਰਤੇ, ਹਿੰਦੂ ਵੀ ਆਪਣੇ ਜੀਵਨ ਵਿੱਚ ਸੱਚ ਵਰਤੇ, ਸਿੱਖ ਵੀ ਆਪਣੇ ਜੀਵਨ ਵਿੱਚ ਸੱਚ ਵਰਤੇ, ਈਸਾਈ ਵੀ ਆਪਣੇ ਸੱਚ ਵਰਤੇ। ਜੇ ਅਸੀਂ ਸੱਚ ਨਾਲ ਨਹੀਂ ਵਰਤਦੇ, ਪਰਮੇਸ਼ਰ ਸੱਚ ਸਰੂਪ ਹੈ, ਜੇ ਅਸੀਂ ਸੱਚ ਨਹੀਂ ਬੋਲਦੇ, ਝੂਠ ਬੋਲਦੇ ਹਾਂ ਧਰਮ ਦੇ ਚੋਲੇ ਪਾ ਕੇ, ਫਿਰ ਅਸੀਂ ਧਰਮੀ ਹੈ ਹੀ ਨਹੀਂ ਗੇ। ਫਿਰ ਕਹਿਣਾ ਪਊਗਾ ਨਾ ਕੋ ਹਿੰਦੂ ਨਾ ਕੋ ਮੁਸਲਮਾਨ, ਕਰਨੀ ਕਾਬਾ ਸੱਚ ਪੀਰ, ਕਲਮਾ ਕਰਮ ਨਿਵਾਜ। ਕਲਮਾ ਹੁੰਦਾ ਗੁਰੂ ਪਿਆਰੋ, ਜਿਵੇਂ ਗੁਰਬਾਣੀ ਦੇ ਬਚਨਾਂ ਨੂੰ ਸ਼ਬਦ ਕਹਿੰਦੇ ਆ, ਉਹ ਕੁਰਾਨ ਦੇ ਬਚਨਾਂ ਨੂੰ ਕਲਮਾ ਕਹਿੰਦੇ ਆ, ਆਇਤ ਕਹਿੰਦੇ ਆ। ਕਹਿਣ ਲੱਗੇ ਇਸੇ ਤਰ੍ਹਾਂ हे ਮੁਸਲਮਾਨ ਕਾਜੀ, ਤੇਰਾ ਅਸਲੀ ਕਰਮਾ ਚੰਗੇ ਕਰਮ ਹੋਣੇ ਚਾਹੀਦੇ ਐ, ਚੰਗੀ ਕਰਮ ਹੀ ਤੇਰੀ ਸਹੀ ਨਵਾਜ਼ ਹੈ। ਇਸ ਕਰਕੇ ਮੈਂ ਕਹਿ ਰਿਹਾ ਹਾਂ ਕਿ ਮੈਨੂੰ ਇੱਥੇ ਕੋਈ ਸਹੀ ਹਿੰਦੂ ਤੇ ਸਹੀ ਮੁਸਲਮਾਨ ਨਹੀਂ ਦਿਸਦਾ। ਤਸਬੀ ਸਾਤਿਸ ਭਾਵ ਸੇ ਨਾਨਕ ਰੱਖੇ ਲਾਜ। ਤਸਬੀ ਕਹਿੰਦੇ ਆ ਮਾਲਾ ਨੂੰ। ਇਹ ਮਾਲਾ ਜਿਹੜੀ ਫੇਰਦਾ, ਹੱਥ ਵਿੱਚ ਫੜੀ ਫਿਰਦਾ, ਗਲ 'ਚ ਪਾਈ ਫਿਰਦਾ ਮਾਲਾ, ਇਹਨੂੰ ਮਾਲਾ ਨੂੰ ਘੁਮਾਉਣ ਦਾ ਕੀ ਫਾਇਦਾ ਜੇ ਤੈਨੂੰ ਪਰਮੇਸ਼ਰ ਦਾ ਭਾਣਾ ਨਹੀਂ ਚੰਗਾ ਲੱਗਦਾ। ਤਸਬੀ ਸਾ ਤਿਸ ਭਾਵ ਸੀ, ਤੇਰੀ ਮਾਲਾ ਫੇਰੀ ਤਾਂ ਪ੍ਰਵਾਨ ਹੋਗੀ ਜੇ ਅੱਲਾ ਦੇ ਦਰ ਤੇ ਪ੍ਰਵਾਨ ਹੋ ਗਿਆ। ਜੇ ਉਹਨੇ ਕਹਿੰਦਾ ਠੀਕ ਹੈ ਪੁੱਤਰ ਆ ਜਾ ਤੂੰ ਪ੍ਰਵਾਨ ਹੈ, ਫਿਰ ਤੇਰੀ ਦੁਨੀਆ ਵਿੱਚ ਰਹਿੰਦਿਆਂ ਧਰਮ ਦੀ ਕੀਤੀ ਕਮਾਈ ਸਫਲੀ ਹੋ ਗਈ। ਤੇ ਜੇ ਤੈਨੂੰ ਉਹਨੇ ਪ੍ਰਵਾਨ ਨਾ ਕੀਤਾ, ਫੇਲ ਕਰਤਾ, ਫਿਰ ਜਿੰਨੀਆਂ ਤੂੰ ਕਿਤਾਬਾਂ ਪੜ੍ਹੀਆਂ, ਜਿੰਨੇ ਤੂੰ ਨਵਾਜ਼ਾਂ ਕੀਤੀਆਂ, ਜਿੰਨੀਆਂ ਤੂੰ ਮਾਲਾ ਫੇਰੀਆਂ, ਇਹ ਸਾਰੀਆਂ ਨਿਫਲ ਹੈ। ਜੇ ਬੱਚਾ ਫੇਲ ਹੋ ਜੇ ਕਲਾਸ ਚੋਂ ਭਲਾ, ਤੇ ਮਾਸਟਰ ਕੀ ਕਹਿੰਦੇ ਆ, ਤੂੰ ਕਿਤਾਬਾਂ ਪੜ੍ਹੀਆਂ ਹੀ ਨਹੀਂ ਗਈਆਂ, ਤਾਂਹੀਓ ਫੇਲ ਹੋਏ ਨਾ, ਚੱਲ ਦੁਬਾਰੇ ਪੜ੍ਹ ਸਾਰੀਆਂ ਕਿਤਾਬਾਂ। ਕੋ ਸਤਨਾਮ। ਇਹ ਦੁਬਾਰੇ ਪੜ੍ਹਨੀਆਂ ਪੈਂਦੀਆਂ। ਇਸੇ ਤਰ੍ਹਾਂ ਪਰਮੇਸ਼ਰ ਦਰ ਤੇ ਅਸੀਂ ਜਿੰਨੇ ਚਿਰ ਪ੍ਰਵਾਨ ਨਹੀਂ ਹੁੰਦੇ, ਉਹਨਾਂ ਚਿਰ ਸਾਡੇ ਧਰਮ ਦੇ ਕਾਰਜ, ਧਰਮ ਦੇ ਗੁਰ ਪਿਆਰਿਓ, ਇਹ ਸਾਰੇ ਨਿਸ਼ਾਨੀਆਂ ਉਹਨਾਂ ਚਿਰ ਇਹ ਪ੍ਰਵਾਨ ਨਹੀਂ ਜਿੰਨਾ ਚਿਰ ਅਸੀਂ ਪ੍ਰਵਾਨ ਨਹੀਂ ਹੋ ਜਾਂਦੇ। ਤਾਂ ਗੁਰੂ ਕਿਰਪਾ ਕਰਨ। ਮੇਰੇ ਪ੍ਰੀਤਮ ਜੀ ਕਹਿੰਦੇ ਮਾਲਾ ਫੇਰੀ ਤਾਂ ਪ੍ਰਵਾਨ ਹੈ ਜੇ ਰੱਬ ਨੂੰ ਮਨਜ਼ੂਰ ਹੋ ਜਾਵੇ, ਨਾਨਕ ਰੱਖੇ ਲਾਜ, ਜੇ ਇਸ ਦੀ ਉੱਥੇ ਇੱਜ਼ਤ ਰਹਿ ਜਾਵੇ। ਜੇ ਇੱਜ਼ਤ ਨਹੀਂ ਤਾਂ ਫਿਰ ਪਾਤਸ਼ਾਹ ਬਾਣੀ ਵੀ ਸਾਨੂੰ ਕਹਿੰਦੇ ਨੇ, ਜੇ ਜੀਵੈ ਪਤ ਲੱਥੀ ਜਾਏ, ਜੇ ਜਿਉਂਦੇ ਹੋਏ ਦੀ ਇੱਜ਼ਤ ਹੀ ਨਹੀਂ ਦੁਨੀਆ ਵਿੱਚ, ਤੇ ਇੱਜ਼ਤ ਚੋਰਾਂ ਦੀ, ਡਾਕੂਆਂ ਦੀ, ਮਾੜੇ ਕੰਮ ਕਰਨ ਵਾਲਿਆਂ ਦੀ ਕੌਣ ਕਰਦਾ। ਜੇ ਜੀਵੈ ਪਤ ਲੱਥੀ ਜਾਏ, ਸਭ ਹਰਾਮ ਜੇਤਾ ਕਿਛ ਖਾਏ। ਜਦ ਦੁਨੀਆ ਵਿੱਚ ਇੱਜ਼ਤ ਹੀ ਨਹੀਂ, ਫਿਰ ਜੋ ਖਾਂਦਾ ਹੈ ਉਹ ਹਰਾਮ ਖਾਂਦਾ ਹੈ, ਭਾਵ ਉਹਦਾ ਖਾਣਾ ਬੇਕਾਰ ਹੈ। ਜਿਹੜੀਆਂ ਸੁੱਖ ਸਹੂਲਤਾਂ ਭੋਗਦਾ ਉਹ ਹਰਾਮ ਹੈ ਸਾਰਾ ਉਹਦੇ ਵਾਸਤੇ। ਜੇ ਦੁਨੀਆ ਵਿੱਚ ਇੱਜ਼ਤ ਨਹੀਂ ਤੇ ਇੱਜ਼ਤ ਤਾਂ ਹੋਊਗੀ ਜੇ ਸਾਡੇ ਕੰਮ ਚੰਗੇ ਹੋਣਗੇ। ਜੇ ਸਾਡੇ ਕੰਮ ਚੰਗੇ ਹੋਣਗੇ ਫਿਰ ਇੱਥੇ ਵੀ ਇੱਜ਼ਤ ਤੇ ਉੱਥੇ ਵੀ ਇੱਜ਼ਤ। ਇਸੀ ਮੁਸਲਮਾਨ ਕਾਜੀ ਨੂੰ ਸਮਝਾਉਂਦੇ ਪ੍ਰੀਤਮ ਦੱਸ ਰਹੇ। ਅੱਗੇ ਹਿੰਦੂ ਬਾਰੇ ਵੀ ਕਹਿੰਦੇ ਆ, ਮਹੱਲਾ ਪੰਜਵਾ। ਮਹੱਲਾ ਪਹਿਲਾ। ਹਿੰਦੂ ਮੂਲੇ ਭੂਲੇ ਕੋਠੀ ਜਾਏ, ਨਾਨਕ ਕੇ ਆਸੇ ਪੂਜ ਕਰਾਏ। ਹੁਣ ਹਿੰਦੂਆਂ ਦੇ ਬਾਰੇ ਥੋੜਾ ਦੱਸਦੇ ਇੱਕ ਧਰਮ ਨਾਲ ਪਾਤਸ਼ਾਹ ਜੀ। ਮਹੱਲਾ ਪਹਿਲਾ, ਮਾਫ ਕਰਨਾ, ਮਹੱਲੇ ਪਹਿਲੇ ਰਾਹੀਂ ਭਾਵ ਗੁਰੂ ਨਾਨਕ ਦੇਵ ਜੀ ਦੀ ਬਾਣੀ ਰਾਹੀਂ ਪਾਤਸ਼ਾਹ ਕਹਿੰਦੇ ਹਿੰਦੂ ਤਾਂ ਮੂਲੋਂ ਹੀ ਰੱਬ ਤੋਂ ਟੁੱਟੇ ਹੋਏ ਹਨ। ਕਹੋ ਸਤਿਨਾਮ। ਹਿੰਦੂ ਮੂਲੇ ਭੁੱਲੇ ਅਖੁੱਟੀ ਜਾਹੀ, ਅਖੁੱਟੀ ਟੇਢੇ ਰਸਤੇ ਚੱਲੇ ਹੋਏ ਆ, ਗਲਤ ਚੱਲੇ ਹੋਏ ਹਨ, ਪੁੱਠੇ ਚੱਲੇ ਹੋਏ ਹਨ। ਇਸ ਕਰਕੇ
ਕਿਉਂਕਿ ਇਹਨਾਂ ਨੇ ਰੱਬ ਨੂੰ ਭੁਲਾ ਦਿੱਤਾ ਹੈ ਤੇ ਕੁਰਾਹੇ ਜਾ ਪਏ ਹਨ। ਕਿਉਂਕਿ ਇਹ ਨਾਦ ਕਹਿਆ ਸੇ ਪੂਜ ਕਰਾਹੀ, ਅਨੇਕਾਂ ਤਰ੍ਹਾਂ ਦੇ ਰੀਤੀ ਰਿਵਾਜ ਕਰਮ ਕਾਂਡ ਪਖੰਡ ਕਰਕੇ ਬਹਿ ਗਏ ਹਨ। ਰੱਬ ਦੀ ਬਜਾਏ ਪੱਥਰਾਂ ਦੀਆਂ ਮੂਰਤੀਆਂ ਘੜ ਕੇ ਬੈਠ ਗਏ। ਤਾਂ ਇਸ ਕਰਕੇ ਭਗਤ ਨਾਮਦੇਵ ਜੀ ਨੇ ਵੀ ਇੱਕ ਵਚਨ ਕਿਹਾ, ਹਿੰਦੂ ਅੰਨਾ ਤੁਰਕੂ ਕਾਣਾ ਦੋਹਾਂ ਤੇ ਗਿਆਨੀ ਸਿਆਣਾ। ਹਿੰਦੂ ਪੂਜੈ ਦੇਹੁਰਾ ਮੁਸਲਮਾਨ ਮਸੀਤ, ਨਾਮੇ ਸੋਈ ਸੇਵਿਆ ਜੈ ਦੇਹੁਰਾ ਨਾਮ ਮਸੀਤ। ਹਿੰਦੂ ਜਿਹੜਾ ਹੈ ਮੰਦਿਰ ਦੇ ਵਿੱਚ ਪੱਥਰਾਂ ਦੀ ਪੂਜਾ ਕਰ ਰਿਹਾ ਹੈ, ਔਰ ਜਿਹੜਾ ਮੁਸਲਮਾਨ ਹੈ ਉਹ ਵੀ ਮੁਹੰਮਦ ਸਾਹਿਬ ਦੀ ਕਬਰ ਨੂੰ ਮੱਥਾ ਟੇਕ ਰਿਹਾ। ਦੋਨੇ ਹੀ ਗਲਤ ਹੈ। ਉਹਨੂੰ ਅੰਨਾ ਤੇ ਉਹਨੂੰ ਕਾਣਾ ਕਿਉਂ ਕਹਿਤਾ? ਉਹਦੀਆਂ ਦੋਨੇ ਅੱਖਾਂ ਬੰਦ, ਉਹਦੀ ਇੱਕ ਅੱਖ ਬੰਦ ਕਿਉਂ ਕਹਿ ਦਿੱਤੀ? ਕਿਉਂਕਿ ਉਸ ਦੇ ਦੇਵੀ ਦੇਵਤੇ 33 ਕਰੋੜ ਹਨ। ਇੱਕ ਨੂੰ ਮੱਥਾ ਟੇਕਿਆ, ਫਿਰ ਦੂਜੇ ਨੂੰ, ਫਿਰ ਤੀਜੇ ਨੂੰ, ਫਿਰ ਚੌਥੇ ਨੂੰ। ਪਰ ਚਲੋ ਮੁਸਲਮਾਨ ਕਾਣਾ ਹੈ ਕਿ ਇਹ ਇੱਕ ਨੂੰ ਤਾਂ ਮੰਨਦਾ ਨਾ, ਮੁਹੰਮਦ ਸਾਹਿਬ ਨੂੰ ਮੰਨਦਾ, ਹੋਰ ਕਿਸੇ ਨੂੰ ਮੱਥਾ ਨਹੀਂ ਟੇਕਦੇ। ਉਹ ਕੇਵਲ ਮੁਹੰਮਦ ਨੂੰ ਮੰਨਦੇ ਆ। ਪਰ ਉਹ ਵੀ ਗਲਤ ਜਾ ਰਹੇ ਆ, ਕਿਉਂਕਿ ਕਬਰ ਵੀ ਮਿੱਟੀ ਦੀ ਪੱਥਰ ਦੀ ਆ। ਕੋ ਸਤਨਾਮ, ਉਹ ਵੀ ਗਲਤ ਜਾ ਰਹੇ ਆ। ਹਿੰਦੂ ਪੂਜਾ ਦੇਹੁਰਾ ਮੁਸਲਮਾਨ ਮਸੀਤ, ਨਾਮੈ ਸੋਈ ਸੇਵਿਆ। ਨਾਮਦੇਵ ਜੀ ਕਹਿੰਦੇ ਮੈਂ ਉਹਨੂੰ ਸਿਮਰਦਾ, ਉੱਥੇ ਕੋਈ ਮੰਦਿਰ ਤੇ ਕੋਈ ਮਸੀਤ ਨਹੀਂ ਹੈ। ਜੈ ਦੇਹੁਰਾ ਨਾਮ ਮਸੀਤ। ਖੈਰ ਮਨੋਵਿਰਤੀਆਂ ਉੱਥੇ ਰੱਖੀਏ। ਸਤਿਗੁਰੂ ਪਾਤਸ਼ਾਹ ਕਹਿੰਦੇ ਹਿੰਦੂ ਵੀ ਆਪਣੇ ਅਸਲੀ ਰਾਹ ਤੋਂ ਭਟਕੇ ਹੋਏ ਹਨ, ਕੁਰਾਹੇ ਪਏ ਹੋਏ ਹਨ, ਕਿਉਂਕਿ ਅਨੇਕਾਂ ਤਰ੍ਹਾਂ ਦੇ ਕਰਮ ਕਾਂਡਾਂ ਵਿੱਚ ਪਏ ਹੋਏ, ਅਨੇਕਾਂ ਤਰ੍ਹਾਂ ਦੀ ਪੂਜਾ ਅਰਚਨਾ ਵਿੱਚ ਲੱਗੇ ਹੋਏ ਹਨ, ਰੱਬ ਨੂੰ ਭੁੱਲੇ ਹੋਏ ਐ। ਅੰਧੇ ਗੂੰਗੇ ਅੰਧ ਅੰਧਾਰ, ਪਾਤਰ ਲੈ ਪੂਜੇ ਮੁਗਧ ਗਵਾਰ। ਇਹ ਅੰਨੇ ਵੀ ਆ, ਇਹ ਗੂੰਗੇ ਵੀ ਆ, ਇਹ ਅਗਿਆਨਤਾ ਵੀ ਆ ਇਹਨਾਂ ਵਿੱਚ। ਇਹ ਅਗਿਆਨਤਾ ਦੇ ਹਨੇਰੇ ਵਿੱਚ ਭਟਕ ਰਹੇ ਹਨ, ਕਿਉਂਕਿ ਸਮਝ ਨਹੀਂ ਆਉਂਦੀ। ਪੱਥਰਾਂ ਦੀਆਂ ਮੂਰਤੀਆਂ ਬਣਾ ਲੀਆਂ, ਮਾਫ ਕਰਨਾ। ਆ ਗਣੇਸ਼ ਦੀ ਪੂਜਾ ਕਰਦੇ ਆ, ਜਦੋਂ ਕਿਤਨੇ ਸਤਿਕਾਰ ਨਾਲ ਮੂਰਤੀਆਂ ਲੈ ਕੇ ਆਉਂਦੇ ਆ ਮੁੱਲ, ਚਲੋ ਘਰੇ ਲਿਆ ਕੇ ਪੂਜਾ ਕਰਦੇ ਆ ਕਈ ਦਿਨ, ਪਰ ਜਦੋਂ ਉਹਨਾਂ ਨੂੰ ਵਿਸਰਜਨ ਕਰਕੇ ਆਉਂਦੇ ਆ, ਪਿਛਲੇ ਆਪਾਂ ਸਮੇਂ ਦੇਖਿਆ ਜਦੋਂ ਇਹਨਾਂ ਨੇ ਉਹ ਪੂਜਾ ਕੀਤੀ ਤਾਂ ਜਿਹੜੀ ਨਹਿਰ ਆਪਣੀ ਸੁੱਕੀ ਪਈ ਸੀ ਬਠਿੰਡੇ ਵਾਲੀ, ਜਿਹਦੇ ਵਿੱਚ ਜਾ ਕੇ ਵਿਸਰਜਨ ਕਰਦੇ, ਜਿਹਦਾ ਪਾਣੀ ਹੁੰਦਾ ਫਿਰ ਤਾਂ ਮਿੱਟੀ ਪਾਣੀ 'ਚ ਖੁਰ ਜਾਂਦੀ, ਪਰ ਪਾਣੀ ਨਹੀਂ ਸੀਗਾ ਤੇ ਉਹ ਲੋਕ ਉਦਾਂ ਹੀ ਉੱਥੇ ਮੂਰਤੀਆਂ ਸਿੱਟੇ ਆਏ। ਕੀ ਹੁਣ ਉਹਨਾਂ ਦਾ ਸਤਿਕਾਰ ਨਹੀਂ ਕਰਨ ਦਾ ਬਣਦਾ? ਤਾਂ ਇਸ ਕਰਕੇ ਗੁਰੂ ਪਾਤਸ਼ਾਹ ਕਹਿੰਦੇ ਇਹ ਜਿਹੜੇ ਹਨ 33 ਕਰੋੜ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਬਣਾ ਕੇ ਅਨੇਕਾਂ ਤਰ੍ਹਾਂ ਦੀ ਪੱਥਰਾਂ ਦੀ ਪੂਜਾ ਕਰ ਰਹੇ ਹੈ। ਇਹਨਾਂ ਨੂੰ ਇੱਕ ਪਰਮੇਸ਼ਰ ਦੀ ਜਾਣਕਾਰੀ ਹਜੇ ਨਹੀਂ ਆਈ। ਅੰਨੇ ਗੂੰਗੇ ਅੰਧ ਅੰਧਾਰ, ਕਿਉਂਕਿ ਅੱਖਾਂ ਦੇ ਸਾਹਮਣੇ ਦੇਖ ਰਹੇ ਹਨ। ਕਬੀਰ ਸਾਹਿਬ ਜੀ ਕਹਿੰਦੇ ਨਾ ਪਾਥਰ ਕਿਛ ਬੋਲੇ ਨਾ ਕਿਛ ਦੇ, ਨਾ ਪੱਥਰ ਬੋਲਦਾ ਨਾ ਕੁਝ ਦਿੰਦਾ ਹੈ, ਨਾ ਗੱਲ ਕਰਦਾ ਹੈ। ਕਬੀਰ ਸਾਹਿਬ ਜੀ ਕਹਿੰਦੇ ਮੈਂ ਪੱਥਰ ਨਹੀਂ ਪੂਜਦਾ, ਪਹਾੜ ਪੂਜੈ ਹਰ ਮਿਲੇ ਤੋ ਪੂਜੂ ਪਹਾੜ। ਜੇ ਪੱਥਰ ਪੂਜਿਆ ਨਾ ਮਿਲਦਾ ਫਿਰ ਮੈਂ ਪਹਾੜ ਦੀ ਪੂਜਾ ਕਰ ਲੈਣਾ। ਘਰ ਕੀ ਚਾਕੀ ਕੋਈ ਨਾ ਪੂਜੈ, ਜਿਸਕਾ ਪੀਸਿਆ ਖਾਏ। ਇਹ ਨਾਲ ਤਾਂ ਕਹਿੰਦੇ ਚੱਕੀ ਨੂੰ ਮੱਥਾ ਟੇਕ ਲਿਆ ਕਰੋ, ਘੱਟੋ ਘੱਟ ਆਟਾ ਤਾਂ ਪੀਸ ਕੇ ਦਿੰਦੀ ਆ। ਕੋ ਸਤਿਨਾਮ, ਚੱਕੀ ਨੂੰ ਮੱਥਾ ਟੇਕ ਲਿਆ ਕਰੋ, ਠੀਕ ਹੈ ਹਜੇ ਮੂਰਤੀ ਨਾਲੋਂ। ਤਾਂ ਕਹਿਣ ਤੋਂ ਭਾਵ ਹੈ ਕਿ ਇਹ ਹਿੰਦੂ ਤੇ ਮੁਸਲਮਾਨ ਦੋਨੇ ਦੁਨੀਆ ਵਿੱਚ ਹੈ ਨਹੀਂ, ਭਾਵ ਅਸਲੀ ਰਸਤੇ ਤੋਂ ਭਟਕੇ ਹੋਏ ਹਨ। ਓਏ ਜੇ ਆਪ ਡੋਬੈ ਤੁਮ ਕਹਾ ਤਰਨਹਾਰ। ਉਹ ਭਲੇ ਓਏ ਪੱਥਰ ਦੀਆਂ ਮੂਰਤੀਆਂ ਪਾਣੀ ਛੱਡ ਕੇ ਵੇਖੋ, ਜੇ ਤਾਂ ਇਹ ਤੈਰ ਜਾਣਗੀਆਂ ਫਿਰ ਤਾਂ ਤੁਹਾਨੂੰ ਵੀ ਤਾਰ ਦੇਣਗੀਆਂ, ਜੇ ਡੁੱਬ ਗਈਆਂ ਤੇ ਤੁਸੀਂ ਵੀ ਡੁੱਬੋਗੇ। ਕਬੀਰ ਸਾਹਿਬ ਜੀ ਕਹਿੰਦੇ ਜੇ ਇਹ ਮੂਰਤ ਸਾਚੀ ਹੈ ਤਾਂ ਗਰਨਹਾਰੇ ਖਾਓ। ਕਿਸੇ ਦੇ ਢਿੱਡ ਤੇ ਛਿੱਟ ਕੇ ਕਿਸੇ ਨੂੰ ਕੋਈ ਉਹਦੇ ਢਿੱਡ ਤੇ ਬਹਿ ਜੇ ਤੇ ਕੀ ਉਹ ਬਖਸ਼ੂਗਾ ਜਿਉਂਦਾ ਬੰਦਾ? ਪਰ ਕਹਿੰਦੇ ਜਦੋਂ ਪੱਥਰ ਦੀ ਮੂਰਤੀ ਘੜੀ ਜਾਂਦੀ ਹੈ, ਘੜਨ ਵਾਲਾ ਮਿਸਤਰੀ ਇਹਦੀ ਛਾਤੀ ਉੱਤੇ ਬੈਠ ਕੇ ਇਹਦੇ ਮੂੰਹ ਦਾ ਨਕਸ਼ਾ ਬਣਾਉਂਦਾ ਹੈ। ਕੋਈ ਸਤਿਨਾਮ, ਮੂੰਹ ਨੂੰ ਘੜਦਾ ਹੈ। ਜੇ ਇਸ ਮੂਰਤੀ ਵਿੱਚ ਕੋਈ ਤਾਕਤ ਹੁੰਦੀ ਤੇ ਪਹਿਲਾਂ ਘੜਨ ਵਾਲੇ ਮਿਸਤਰੀ ਢਾ ਲੈਂਦੀ ਫੜ ਕੇ ਵੀ ਤੂੰ ਮੇਰੇ ਉੱਤੇ ਕਿਵੇਂ ਬੈਠਾ। ਕੋਈ ਸਤਿਨਾਮ, ਜੇ ਮੂਰਤ ਸਾਚੀ ਹੈ ਤਾਂ ਗਨ ਹਾਰੇ ਖਾਓ, ਭਾਤ ਪਹਿਤਿਆ ਲਾਪਸਵੀ ਕਰ ਕਰਾ ਕਾ ਸਾਰ। ਕਹਿੰਦੇ ਉਹ ਮੂਰਤੀ ਦੇ ਸਾਹਮਣੇ ਬਹੁਤ ਸਾਰਾ ਸਮਾਨ ਲਿਆ ਕੇ ਰੱਖਿਆ, ਭਾਤ ਪਹਿਤ ਦਾਲ ਚੌਲ ਕਰ ਕਰਾ ਕਸਾਰ, ਲੂਣ ਵਾਲੇ ਮਿੱਠੇ ਭੋਜਨ ਲਿਆ ਕੇ ਮੂਰਤੀ ਮੂਹਰੇ ਰੱਖਤੇ। ਭੋਗਣ ਹਾਰੇ ਭੋਗਿਆ ਮੂਰਤ ਕੇ ਮੁਕਸ਼ਾਰ, ਮੂਰਤ ਦੇ ਮੂੰਹ ਨੂੰ ਇੰਨਾ ਕਲਾਤਾ ਚੁੰਡੀ ਭਰ ਕੇ ਤੇ ਬਾਕੀ ਆਪ ਖਾ ਕੇ ਆਪ ਹੀ ਖਾਣਾ ਸੀਗਾ, ਪਰ ਇੱਥੇ ਉਹ ਪਖੰਡ ਨਹੀਂ ਹੈ। ਕੋ ਸੰਗਤ ਨੇ ਹੀ ਛਕਣਾ, ਸੰਗਤ ਨੇ ਬਣਾਇਆ, ਸੰਗਤ ਵਾਸਤੇ ਹੀ ਹੈ। ਅਰਦਾਸ ਬੇਨਤੀ ਕਰਕੇ ਆਪਾਂ ਸਭ ਨੇ ਛਕ ਲਿਆ, ਪਰ ਇੱਥੇ ਪਖੰਡ ਨਹੀਂ ਹੈ।
ਕਿ ਅਸੀਂ ਖਵਾ ਰਹੇ ਹਾਂ, ਖੈਰ ਮਨੋਵਿਰਤੀਆਂ ਉੱਥੇ ਰੱਖੀਏ। ਧੰਨ ਗੁਰੂ ਨਾਨਕ ਦੇਵ ਜੀ ਇਸ ਵਿਸ਼ੇ ਤੇ ਕਹਿ ਰਹੇ ਹਨ ਕਿ ਨਾ ਤਾਂ ਹਿੰਦੂ ਆਪਣੇ ਸਹੀ ਧਰਮ ਤੇ ਕਾਇਮ ਹੈ ਤੇ ਨਾ ਮੁਸਲਮਾਨ ਕਾਇਮ ਹੈ। ਖੱਤਰੀਆਂ ਤੇ ਧਰਮ ਛੋੜਿਆ, ਮਲੇਸ਼ ਭਾਖਿਆ ਗਈ। ਜਿਹੜੇ ਛਤਰੀ ਸਨ ਭਾਰਤ ਵਰਸ ਦੇ, ਉਹਨਾਂ ਨੇ ਆਪਣਾ ਧਰਮ ਮਤਲਬ ਸ਼ਾਸਤਰ ਛੱਡ ਦਿੱਤਾ। ਹੁਣ ਮੁਸਲਮਾਨਾਂ ਦੀ ਬੋਲੀ ਬੋਲਦੇ ਆ ਕਿਉਂਕਿ ਡਰ ਗਏ ਉਹਨਾਂ ਤੋਂ। ਉਹਨਾਂ ਕੋਲੇ ਸ਼ਾਸਤਰ ਹੈ, ਇਹਨਾਂ ਨੇ ਸ਼ਾਸਤਰ ਤਿਆਗ ਦਿੱਤੇ ਸੀਗੇ। ਬਾਬੇ ਨਾਨਕ ਨੇ ਬਾਣੀ 'ਚ ਲਿਖਿਆ ਬਚਨ, ਖੱਤਰੀਆਂ ਤੇ ਧਰਮ ਛੋੜਿਆ, ਮਲੇਸ਼ ਭਾਖਿਆ ਗਈ। ਸ੍ਰੇਸ਼ਟ ਸਭ ਇੱਕ ਵਰਨ ਹੋਈ, ਧਰਮ ਕੀ ਗਤ ਰਹੀ, ਧਰਮ ਖੜ ਗਿਆ। ਕੂੜੀ ਮਾਵ ਸਤ ਚੰਦਰਮਾ, ਦਿਸੈ ਨਾਹੀ ਕੈ ਚੜਿਆ ਹੋ, ਭਾਲ ਬਿਕੁੰਨੀ ਹੋਈ, ਅੰਧੇਰਾ ਰਾਹੋ ਨਾ ਕੋਈ। ਦੁਨੀਆ ਹਨੇਰੇ ਵਿੱਚ ਭਟਕ ਰਹੀ ਹੈ ਔਰ ਮੈਂ ਸੱਚ ਦਾ ਚੰਦਰਮਾ ਲੱਭਦਾ ਫਿਰਦਾ, ਕਿਤੇ ਲੱਭਦਾ ਨਹੀਂ। ਇਸ ਕਰਕੇ ਕਬੀਰ ਸਾਹਿਬ ਜੀ ਨੇ ਕਿਹਾ ਕਿ ਇਹ ਮੂਰਤ ਪੱਥਰ ਨੂੰ ਪੂਜਿਆ ਕੁਛ ਨਹੀਂ ਮਿਲਣਾ। ਘੱਟੋ ਘੱਟ ਉਹਨਾਂ ਜਿਨ੍ਹਾਂ ਦੀਆਂ ਮੂਰਤੀਆਂ ਬਣਾਈਆਂ ਉਹਨਾਂ ਦੇ ਵਚਨ ਪੜ੍ਹ ਲਓ, ਉਹਨਾਂ ਦੇ ਗ੍ਰੰਥ ਪੜ੍ਹ ਲਓ, ਉਹਨਾਂ ਦੇ ਪੁਰਾਣ ਪੜ੍ਹ ਲਓ, ਉਹਨਾਂ ਦੇ ਵੇਦ ਪੜ੍ਹ ਲਓ, ਉਹਨਾਂ ਦੇ ਕੁਛ ਲੱਭ ਸਕਦਾ ਕੋਈ ਗਿਆਨ ਦੀ ਗੱਲ, ਪਰ ਮੂਰਤੀ ਪੂਜਾ ਤੋਂ ਕੁਛ ਨਹੀਂ ਮਿਲਣਾ। ਤਾਂ ਤੇ ਮੇਰੇ ਪ੍ਰੀਤਮ ਨੂੰ ਕਹਿਣਾ ਪਿਆ ਉੱਥੇ ਸੁਲਤਾਨਪੁਰ ਦੇ ਸ਼ਮਸ਼ਾਨ ਘਾਟ ਵਿੱਚ ਬੈਠ ਕੇ, ਨਾ ਕੋ ਹਿੰਦੂ ਨਾ ਕੋ ਮੁਸਲਮਾਨ, ਦੋਹਰਾ ਮੁਸਲਮਾਨ ਮਤ ਹਿੰਦ ਕੋ ਅਸਬਿਦ ਲਿਓ ਪਛਾਨ। ਸਤਿਗੁਰ ਨੇ 3 ਸ਼ਬਦ ਉਚਾਰ ਕੇ ਕਾਜੀ ਨੂੰ ਸੁਣਾਏ ਤੇ ਦੱਸਿਆ, ਕਾਜੀ ਸਾਹਿਬ ਇਹ ਹਿੰਦੂ ਤੇ ਮੁਸਲਮਾਨ ਇਹ ਰਸਤੇ ਪਏ ਹੋਏ ਨੇ। ਕਰਮ ਨ ਸ਼ੁਭ ਕਰੀ ਉਬੈ, ਝੂਠੇ ਨਾਮ ਬਖਾਨਾ। ਇਹ ਦੋਨੇ ਹੀ ਚੰਗੇ ਕਰਮ ਨਹੀਂ ਕਰਦੇ, ਉਬੇ ਭਾਵ ਦੋਨੇ ਹੀ ਝੂਠੇ ਕਰਮ ਕਾਂਡਾਂ ਦੇ ਵਿੱਚ ਪਏ ਹੋਏ। ਐਵੇਂ ਆਪਣੇ ਆਪ ਨੂੰ ਕੋਈ ਕਹਿੰਦਾ ਅਸੀਂ ਹਿੰਦੂ ਹਾਂ, ਅਸੀਂ ਮੁਸਲਮਾਨ ਹਾਂ, ਦੋਨੇ ਲੜਾਈਆਂ ਕਰ ਰਹੇ ਐ। ਉਹ ਕਹਿੰਦੇ ਸਾਡਾ ਧਰਮ ਚੰਗਾ ਹੈ, ਉਹ ਕਹਿੰਦੇ ਸਾਡਾ ਚੰਗਾ ਹੈ। ਕਈ ਵਾਰੀ ਗੁਰੂਆਂ ਨੂੰ ਮੁਸਲਮਾਨਾਂ ਨੇ ਪੁੱਛਿਆ, ਪੁੱਛਣ ਫੁੱਲ ਕਿਤਾਬ ਨੂੰ, ਹਿੰਦੂ ਵੱਡਾ ਕਿ ਮੁਸਲਮਾਨ ਹੋਈ। ਬਾਬਾ ਆਖੇ ਹਾਜੀਆਂ ਸ਼ੁਭ ਅਮਲਾਂ ਬਾਝੋ, ਦੋਨੋਂ ਰੋਈ। ਚੰਗੇ ਕਰਮ ਕਰੇ ਬਿਨਾ ਦੋਨੇ ਰੋਂਦੇ ਜਾਣਗੇ, ਚਾਹੇ ਹਿੰਦੂ ਹੈ ਚਾਹੇ ਮੁਸਲਮਾਨ ਹੈ। ਬੰਦੇ ਨੂੰ ਜੀਵਨ ਵਿੱਚ ਚੰਗੇ ਕਰਮ ਕਰਨੇ ਚਾਹੀਦੇ ਆ। ਤਾਂ ਇਸ ਕਰਕੇ ਗੁਰੂ ਪਿਆਰੋ, ਜਿਸ ਵੇਲੇ ਇੱਥੇ ਭਾਰਤ ਵਾਸੀਆਂ ਨੇ ਸ਼ਾਸਤਰ ਤਿਆਗ ਦਿੱਤਾ ਔਰ ਮੁਸਲਮਾਨਾਂ ਦਾ ਬੋਲਬਾਲਾ ਇੱਥੇ ਵੱਧ ਗਿਆ, ਬਾਬਰ ਦਾ ਰਾਜ ਹੋ ਗਿਆ, ਫਿਰ ਰਾਜ ਇਹਨਾਂ ਦਾ ਹੋਣ ਲੱਗਿਆ। ਹੁਣ ਇਹਨਾਂ ਦੇ ਰਾਜ ਵਿੱਚ ਇਹ ਸਾਹਮਣੇ ਵਿਖਾਵਾ ਇਹਨਾਂ ਦਾ ਕਰਦੇ ਆ ਕਿ ਅਸੀਂ ਤੁਹਾਡੇ ਮੁਲਾਜ਼ਮ ਆ, ਤੁਹਾਡੇ ਮੁਤਾਬਕ ਚੱਲ ਰਹੇ ਆ, ਪਰ ਚੋਰੀਆਂ ਚੋਰੀਆਂ ਅੰਦਰ ਆਪਣੇ ਹਿੰਦੂ ਮਤ ਨੂੰ ਪੂਜਦੇ ਆ। ਜਿਵੇਂ ਧੰਨ ਗੁਰੂ ਨਾਨਕ ਦੇਵ ਸੁਲਤਾਨਪੁਰ ਬੇਈ ਨਦੀ ਦੇ ਉੱਤੇ ਇਸ਼ਨਾਨ ਕਰ ਰਹੇ ਆ, ਥੋੜੀ ਦੂਰੀ ਤੇ ਉਹਨੇ ਰੌਲਾ ਪੈਂਦਾ ਵੇਖਿਆ ਤਾਂ ਇੱਕ ਰਸਤਾ ਜਾ ਰਿਹਾ ਉਸ ਨਦੀ ਤੋਂ ਪਾਰ ਹੋ ਕੇ। ਉਸ ਰਸਤੇ ਤੇ ਚੁੰਗੀ ਬਣੀ ਹੋਈ ਹੈ, ਸੁਲਤਾਨਪੁਰ ਨਗਰ ਦੇ ਬਾਹਰਲੇ ਪਾਸੇ ਚੁੰਗੀ ਬਣੀ ਹੋਈ ਹੈ। ਚੁੰਗੀ ਤੇ ਲੜਾਈ ਹੋ ਰਹੀ ਸੀ ਤੇ ਬਾਬਾ ਨਾਨਕ ਜੀ ਉੱਥੇ ਪਹੁੰਚ ਗਏ। ਜਾ ਕੇ ਕੀ ਵੇਖਦੇ ਆ, ਇੱਕ ਬ੍ਰਾਹਮਣ ਖੜਾ ਹੈ, ਉਹਦੇ ਹੱਥ ਵਿੱਚ ਗਊ ਦਾ ਰੱਸਾ ਫੜਿਆ ਹੋਇਆ ਹੈ। ਕਿਸੇ ਪਿਆਰ ਕਰਨ ਵਾਲੇ ਨੂੰ ਗਾਂ ਦਿੱਤੀ ਆ ਦੁੱਧ ਪੀਣ ਵਾਸਤੇ, ਵੀ ਪੰਡਤ ਜੀ ਆ ਗਾਂ ਲੈ ਜਾਓ। ਉਹ ਗਾਂ ਲੈ ਕੇ ਆ ਰਿਹਾ ਹੈ, ਲੇਕਿਨ ਚੁੰਗੀ ਦੇ ਉੱਤੇ ਜਿਹੜਾ ਖੜਾ ਮਨੁੱਖ ਮੁਲਾਜ਼ਮ, ਮੁਸਲਮਾਨਾਂ ਦਾ ਮੁਗਲਾਂ ਦਾ ਰਾਜ ਹੈ, ਉਹਨਾਂ ਦੀ ਨੌਕਰੀ ਕਰਦਾ। ਉਹ ਜਿਹੜਾ ਮੁਲਾਜ਼ਮ ਉੱਥੇ ਖੜਾ ਉਹਨੇ ਰੋਕ ਲਿਆ, ਕਹਿੰਦੇ ਪੰਡਤ ਜੀ ਇਹਦਾ ਟੈਕਸ ਦਿਓ। ਪੰਡਤ ਕਹਿੰਦਾ ਭਾਈ ਸਾਹਿਬ ਟੈਕਸ ਕਾਹਦਾ ਬਣਦਾ, ਮੈਂ ਕਿਹੜਾ ਕੋਈ ਵੇਚਣੀ ਖਰੀਦਣੀ ਆ, ਮੈਨੂੰ ਕਿਸੇ ਮਿੱਤਰ ਪੈਣ ਨੇ ਮੈਨੂੰ ਦੁੱਧ ਪੀਣਾ ਦਿੱਤੀ ਆ। ਕਹਿੰਦਾ ਬਿਲਕੁਲ ਨਹੀਂ, ਮੈਂ ਟੈਕਸ ਲੈ ਕੇ ਛੱਡੂਗਾ ਤੈਨੂੰ, ਇਹਦਾ ਜਿੰਨਾ ਟੈਕਸ ਬਣਦਾ ਭਰ ਕੇ ਜਾ। ਉਹ ਪੰਡਤ ਕਹਿੰਦਾ ਮੈਂ ਟੈਕਸ ਦੇਣਾ ਨਹੀਂ ਗਾ, ਉਹ ਕਹਿੰਦਾ ਮੈਂ ਲਊਂਗਾ। ਇਸੇ ਗੱਲ ਤੇ ਜਦਾਈ ਹੋ ਰਹੀ ਸੀ। ਧੰਨ ਗੁਰੂ ਨਾਨਕ ਦੇਵ ਜੀ ਉੱਥੇ ਪਹੁੰਚ ਗਏ, ਉਹਨਾਂ ਦੀਆਂ ਗੱਲਾਂ ਸੁਣੀਆਂ। ਗੱਲਾਂ ਸੁਣ ਕੇ ਫਿਰ ਪਾਤਸ਼ਾਹ ਉਸ ਮੁਲਾਜ਼ਮ ਨੂੰ ਝਿੜਕਦੇ ਆ, ਮੈਨੂੰ ਪਤਾ ਹੈ ਤੂੰ ਮੁਗਲਾਂ ਦਾ ਮੁਲਾਜ਼ਮ ਹੈ, ਪਰ ਤੇਰੇ ਅੰਦਰੋਂ ਹਿੰਦੂ ਤਾਂ ਜਮਾ ਹੀ ਮਰ ਗਿਆ। ਓਏ ਤੂੰ ਆਪਣੇ ਗੁਰੂ ਬ੍ਰਾਹਮਣ ਨੂੰ ਆਪਣੀ ਪੂਜੀਆ ਗਾਂ ਦੇ ਉੱਤੇ ਵੀ ਟੈਕਸ ਲਾ ਰਹੀ ਹੈ, ਤੇ ਉਲਟਾ ਤੁਸੀਂ ਕਹਿੰਦੇ ਹੋ ਕਿ ਗਊ ਦੇ ਗੋਹੇ ਨਾਲ ਸਾਡੀ ਪਵਿੱਤਰਤਾ ਹੋਗੀ, ਮੁਕਤੀ ਹੋਵੇਗੀ। ਕੋ ਸਤਨਾਮ ਕੀ ਲਿਖਿਆ ਪ੍ਰੀਤਮ ਨੇ ਬਾਣੀ 'ਚ, ਕੀ ਕਹਿੰਦੇ ਹਨ ਸਤਿਗੁਰੂ ਪਾਤਸ਼ਾਹ ਜੀ ਬਾਣੀ ਦੇ ਵਿੱਚ, ਗਊ ਬ੍ਰਾਹਮਣ ਕੋ ਕਰ ਲਾਵੋ ਟੈਕਸ, ਗਊ ਬ੍ਰਾਹਮਣ ਕੋ ਕਰ ਲਾਵੋ। ਗਊ ਤੇ ਬ੍ਰਾਹਮਣ ਤੇ ਟੈਕਸ ਲਾ ਕਰ ਰਹੇ ਹੈ, ਗੋਬਰ ਤਰ ਨਾ ਜਾਈ। ਉਹ ਤੁਸੀਂ ਗੋਹੇ ਦੇ ਨਾਲ ਫਿਰ ਪੋਚਾ ਦੇ ਕੇ ਉਹਦੇ ਉੱਤੇ ਸਾਰੇ ਪੂਜਾ ਪਾਠ ਕਰਦੇ। ਆਪਣੇ ਗਊ ਦਾ ਗੋਹਾ ਜਿਹੜਾ ਬੜਾ ਵਧੀਆ ਪਵਿੱਤਰ ਹੁੰਦਾ। ਇੱਕ ਪਾਸੇ ਤੂੰ ਆਪਣੇ ਉਸਤਾਦ, ਆਪਣੇ ਪੂਜਿਆ ਜਿਹੜੇ ਤੁਹਾਡੇ ਧਰਮ ਦਾ ਮੁਖੀ ਆ ਬ੍ਰਾਹਮਣ, ਜਾਂ ਤੁਹਾਡੇ ਧਰਮ ਦੀ ਪੂਜਿਆ ਗਊ ਮੰਨੀ ਗਈ ਆ, ਤੂੰ ਇਹਨਾਂ ਟੈਕਸ ਲਾ ਰਿਹਾ। ਗਊ ਬ੍ਰਾਹਮਣ ਕਹੋ ਕਰ ਲਾਵੋ, ਗੋਬਰ ਤਰਨ ਜਾਈ, ਧੋਤੀ ਟਿੱਕਾ ਤੈ ਜਪ ਮਾਲੀ, ਧਾਨ ਮਲੇਛਾ ਖਾਈ।
ਕਿਉਂਕਿ ਉਹਨੇ ਭੇਸ ਉਹਨੇ ਵੀ ਹਿੰਦੂਆਂ ਵਾਲੇ ਧਾਰਿਆ ਹੋਇਆ, ਗਲ ਵਿੱਚ ਮਾਲਾ ਹੈ, ਧੋਤੀ ਬੰਨੀ ਹੋਈ ਹੈ, ਤਿਲ ਚੰਦਨ ਦਾ ਟਿੱਕਾ ਲਾਇਆ ਹੋਇਆ, ਪਰ ਮੁਲਾਜ਼ਮ ਮੁਸਲਮਾਨਾਂ ਦਾ ਬਣਿਆ ਹੋਇਆ, ਕਿਉਂਕਿ ਉਸ ਮੁਸਲਮਾਨਾਂ ਦਾ ਰਾਜ ਸੀਗਾ, ਨੌਕਰੀ ਕਰਦਾ ਸੀ ਉਹਨਾਂ ਦੀ ਚੁੰਗੀ ਤੇ। ਪਰ ਇਸ ਨੇ ਆਪਣੇ ਧਰਮ ਦੇ ਬੰਦੇ ਨੂੰ ਵੀ ਨਹੀਂ ਬਖਸ਼ਿਆਗਾ। ਬਾਬਾ ਜੀ ਕਹਿੰਦੇ ਓਏ ਮੁਸਲਮਾਨਾਂ ਦਾ ਖਾਣਾ ਖਾ ਖਾ ਕੇ ਤੁਹਾਡੀ ਮੱਤ ਮਾਰੀ ਜਾ ਚੁੱਕੀ ਆ। ਕੋ ਸਤਿਨਾਮ ਗਊ ਬ੍ਰਾਹਮਣ ਕੋ ਕਰ ਲਾਭੋ ਗੋਬਰ ਤਰਨ ਜਾਈ, ਧੋਤੀ ਟਿੱਕਾ ਤੇ ਜਪ ਮਾਰੀ, ਧਨ ਮਲੇਸ਼ਾ ਖਾਈ, ਅੰਤਰ ਪੂਜਾ ਪੜ੍ਹੀ ਕਿਤਾਬਾਂ। ਮੁਸਲਮਾਨਾਂ ਦੇ ਸਾਹਮਣੇ ਤਾਂ ਉਹਨਾਂ ਦੀਆਂ ਕਿਤਾਬਾਂ ਪੜ੍ਹਦੇ ਹੋ, ਅੰਦਰ ਬੈਠ ਕੇ ਤੁਸੀਂ ਆਪਦੇ ਹਿੰਦੂ ਧਰਮ ਦੀ ਪੂਜਾ ਕਰਦੇ ਹੋ। ਇਹ ਦੋ ਪਾਸੇ ਨਹੀਂ ਤਰਿਆ ਜਾਂਦਾ, ਇੱਕ ਪਾਸੇ ਹੋ ਜਾ। ਕੋ ਸਤਿਨਾਮ ਅੰਤਰ ਪੂਜਾ ਪੜ੍ਹੇ ਕਿਤਾਬਾਂ। ਇਸ ਤਰ੍ਹਾਂ ਮੇਰੇ ਨਾਨਕ ਜੀ ਨੇ ਫਿਰ ਉੱਥੇ ਚੁੰਗੀ ਤੇ ਜਾ ਕੇ ਉਹਨਾਂ ਨੂੰ ਗਿਆਨ ਦਿੱਤਾ। ਫਿਰ ਜਦ ਚੁੰਗੀ ਵਾਲਾ ਸੀ ਨਾ, ਟੈਕਸ ਮੰਗਦਾ ਸੀ, ਉਹ ਪੈਰੀ ਪੈ ਗਿਆ। ਕਹਿੰਦਾ ਜੀ ਕੀ ਕਰੀਏ, ਮੁਲਾਜ਼ਮ ਹੈ। ਕਹਿੰਦੇ ਮੁਲਾਜ਼ਮ ਲੱਖ ਹੈ, ਤੂੰ ਨੌਕਰੀ ਕਰਦਾ, ਤਨਖਾਹ ਲੈਣਾ ਹੈ, ਉਹਨਾਂ ਦਾ ਕੰਮ ਕਰਦਾ, ਤੂੰ ਆਪਣੇ ਧਰਮ ਦੇ ਨਾਲ ਪਿਆਰ ਥੋੜਾ ਛੱਡ ਦੇਣਾ। ਕੋ ਸਤਿਨਾਮ ਧਰਮ ਦਾ ਪਿਆਰ ਨਹੀਂ ਛੱਡ ਦੇਣਾਗਾ, ਤੂੰ ਨੌਕਰੀ ਕਰ। ਪਰ ਡਰ ਕਰਕੇ ਤੁਸੀਂ ਬਾਹਰ ਉਹਨਾਂ ਦੀ ਈਨ ਮੰਨਦੇ ਹੋ ਤੇ ਅੰਦਰ ਜਾ ਕੇ ਚੋਰੀਆਂ ਆਪਦੇ ਕਿਤਾਬਾਂ ਪੜ੍ਹਦੇ ਹੋ ਜਿਹੜੀਆਂ ਹਿੰਦੂ ਮਤ ਦੀ ਪੂਜਾ ਕਰਦੇ ਹੋ। ਇਸ ਕਰਕੇ ਇੱਕ ਪਾਸੇ ਹੋ ਜਾ। ਹਾਜ਼ਰ ਹਜ਼ੂਰ ਖੁਦਾਏ ਟੁਕ ਦਮ ਕਰਾਰੀ ਜਾਓ ਕਰੋ, ਰੱਬ ਤਾਂ ਇੱਕ ਮਿੰਟ ਵਿੱਚ ਮਿਲ ਸਕਦਾ ਹੈ। ਟੁਕ ਦਮ ਇੱਕ ਪਾਸਾ ਕਰ ਦਿਓ, ਇੱਧਰ ਜਾ ਉੱਧਰ, ਟੁਕ ਦਮ ਕਰਾਰੀ ਜਾਓ ਕਰੋ, ਹਾਜ਼ਰ ਹਜ਼ੂਰ ਖੁਦਾਏ ਰੱਬ ਤਾਂ ਉਹਦੀ ਆ ਜਾਊਗਾ। ਪਰ ਤੁਸੀਂ ਇੱਕ ਪਾਸਾ ਨਹੀਂ ਕਰ ਰਹੇ, ਹਜੇ ਦੋਦਾ ਵਿੱਚ ਹੋ, ਦੋਦਾ ਚੋਂ ਨਿਕਲੋ। ਮੁਸਲਮਾਨ ਮਗ ਹਿੰਦੂ ਕੋ ਅਸਬਦ ਲਿਓ ਪਛਾਨ। ਮੇਰੇ ਪ੍ਰੀਤਮ ਜੀ ਕਹਿੰਦੇ ਕਾਜੀ ਸਾਹਿਬ ਆਹ ਕਾਰਨ ਹੈ ਮੇਰੇ ਕਹਿਣ ਦਾ ਕਿ ਨਾ ਕੋ ਹਿੰਦੂ ਨਾ ਕੋ ਮੁਸਲਮਾਨ, ਇਹ ਰਸਤੇ ਚੱਲੇ ਹੋਏ ਨੇ। ਕਰਮ ਨ ਸ਼ੁਭ ਕਰੀ ਉਬੈ ਝੂਠੇ ਨਾਮ ਬਖਾਨ। ਚੰਗੇ ਕੰਮ ਨਹੀਂ ਕਰਦੇਗੇ, ਐਵੇਂ ਆਪਣੇ ਆਪ ਨੂੰ ਹਿੰਦੂ ਤੇ ਮੁਸਲਮਾਨ ਕਹਾਉਂਦੇ ਆ। ਚੌਪਈ ਮਗ ਭੂਲੇ ਫਿਰੀ ਉਦਿਆਨਾ, ਕੈਸੇ ਪਹੁੰਚੇ ਸੁਖ ਸਥਾਨਾ। ਇਹ ਰਸਤਾ ਭੁੱਲੇ ਹੋਏ ਹਨ, ਜੰਗਲ ਵਿੱਚ ਭਟਕਦੇ ਹੋਏ ਬੰਦੇ ਵਾਂਗੂ। ਜਿਵੇਂ ਭਟਕਦੇ ਬੰਦੇ ਨੂੰ ਰਾਹ ਨਾ ਮਿਲੇ, ਇਹਨਾਂ ਨੂੰ ਰਾਹ ਨਹੀਂ ਲੱਭਿਆ ਕੋਈ। ਦੱਸ ਫਿਰ ਕਿਵੇਂ ਸੱਚਖੰਡ ਪਰਮੇਸ਼ਰ ਦੇ ਦਰ ਤੇ ਪਹੁੰਚਣਗੇ। ਸੁਣ ਕਰ ਕਾਜੀ ਲੱਜਤ ਹੋਤ, ਜੋਰਬ ਆਗੇ ਰਿੰਗਣ ਜੋਤ। ਘਰੋਂ ਦਾ ਕਾਜੀ ਬੜਾ ਟੌਰ ਨਾਲ ਆਇਆ ਸੀ ਕਿ ਮੈਂ ਜਾ ਕੇ ਹਰਾ ਦੇਣਾ ਨਾਨਕ ਨੂੰ ਗੱਲਾਂ ਗੱਲਾਂ 'ਚ। ਪਰ ਨਾਨਕ ਜੀ ਦੇ ਸਾਹਮਣੇ ਫਿਰ ਐਦਾਂ ਹੋ ਗਿਆ ਜਿਵੇਂ ਸੂਰਜ ਦੇ ਸਾਹਮਣੇ ਟਟਿਆਣਾ। ਇਹ ਟਟਿਆਣਾ ਕਹੇ ਨਾ ਮੈਂ ਸੂਰਜ ਨੂੰ ਫਿੱਕਾ ਪਾ ਦੂੰਗਾ, ਪਰ ਜਦੋਂ ਸਾਹਮਣੇ ਕਰਕੇ ਐ ਫੰਗ ਕਰੂਗਾ, ਫੰਗ ਸੜ ਜਾਣਗੇ। ਕੋ ਸਤਿਨਾਮ ਉਹਦੇ ਫੰਗਾਂ ਦੇ ਵਿੱਚ ਮਾੜੀ ਚਮਕ ਹੁੰਦੀ ਹੈ ਜਿਹੜੀ ਰਾਤ ਨੂੰ ਹਨੇਰੇ 'ਚ ਹੀ ਚਮਕਦੀ ਹੈ, ਦਿਨੇ ਨਹੀਂ ਚਮਕਦੀ। ਉਹ ਕਹਿੰਦੇ ਸੁਣ ਕਰ ਕਾਜੀ ਲਾਜਤ ਹੋਏ, ਜੋ ਰਵੇ ਆਗੇ ਰਿੰਗਣ ਜੋਤ। ਜਿਵੇਂ ਟਟਿਆਣੇ ਦਾ ਪ੍ਰਕਾਸ਼ ਸੂਰਜ ਦੇ ਮੂਹਰੇ ਕਿੰਨਾ ਕੁ ਹੁੰਦਾ ਹੈ, ਕਾਜੀ ਦਾ ਗਿਆਨ ਨਾਨਕੀ ਦੇ ਸਾਹਮਣੇ ਕਿੰਨਾ ਕੁ ਹੈ। ਮੈਂ ਬੋਲਿਓ ਕੁਛ ਤੂਸ਼ਨ ਪਿਓ, ਉੱਤਰ ਆਵਨਾ ਉੱਠ ਕਰ ਗਿਓ। ਚੁੱਪ ਕਰਕੇ ਮੱਥਾ ਟੇਕ ਕੇ ਕਾਜੀ ਘਰ ਨੂੰ ਚਲਿਆ ਗਿਆ। ਜਿਹੜਾ ਬੜੇ ਜਵਾਨ ਪੁੱਛਣ ਆਇਆ ਸੀ ਵੀ ਹਾਂ ਤੁਸੀਂ ਕਿਵੇਂ ਕਹਿੰਦਾ ਅਸੀਂ ਮੁਸਲਮਾਨ ਨਹੀਂ ਹੈਗੇ, ਕਹਿੰਦੇ ਆਹ ਗੱਲ ਹੈ, ਚੁੱਪ ਕਰਕੇ ਤੁਰ ਗਿਆ। ਕੋ ਨਰ ਨਤ ਕੋ ਨਿੰਦਾ ਕਰੇ, ਮੂਰਖ ਸਮਝ ਨਾ ਪਾਇਨ ਪਰੇ। ਧੰਨ ਗੁਰੂ ਨਾਨਕ ਦੇਵ ਜੀ ਦੀ ਕੋਈ ਸਿਫਤ ਕਰਦਾ ਹੈ, ਕੋਈ ਨਿੰਦਿਆ ਕਰਦਾ ਹੈ, ਕੋਈ ਚੰਗਾ ਕਹਿੰਦਾ ਹੈ, ਕੋਈ ਮਾੜਾ ਕਹਿੰਦਾ ਹੈ। ਮੂਰਖਾਂ ਨੂੰ ਨਾਨਕ ਜੀ ਦੀਆਂ ਗੱਲਾਂ ਦੀ ਸਮਝ ਨਹੀਂ ਆਉਂਦੀ। ਇਹ ਕਾਜੀ ਜਿਹੜਾ ਹੈ ਚੁੱਪ ਕਰਕੇ ਚਲਿਆ ਗਿਆ, ਪਰ ਪੈਰੀ ਨਹੀਂ ਪਿਆ। ਭਾਉ ਭਗਤ ਜੈ ਜਗ ਪ੍ਰਗਟਾਨਾ, ਬੈਸ ਰਹੇ ਮਸਾਨ ਸਥਾਨਾ। ਹਾਂ, ਧੰਨ ਗੁਰੂ ਨਾਨਕ ਦੇਵ ਜੀ ਦਾ ਸ਼ਮਸ਼ਾਨ ਘਾਟ ਜਾ ਕੇ ਬੈਠਣ ਦਾ ਬਸ ਇੱਕੋ ਕਾਰਨ ਸੀਗਾ ਕਿ ਲੋਕ ਆ ਕੇ ਤੰਗ ਨਹੀਂ ਕਰਨਗੇ ਮੈਨੂੰ। ਹੁਣ ਮੋਦੀ ਖਾਨ ਦੀ ਭੀੜ ਲੱਗੀ ਰਹਿੰਦੀ ਸੀਗੀ, ਉੱਥੇ ਕਿਹੜੀ ਖਿਆਲ ਹੁੰਦਾ ਸੀਗਾ। ਇੱਥੇ ਜਾ ਕੇ ਬੈਠਣ ਦਾ ਮਕਸਦ ਸਤਿਗੁਰਾਂ ਦਾ ਇੱਕੋ ਇੱਕ ਹੈ, ਪਰਮੇਸ਼ਰ ਨਾਲ ਜੁੜਨਾ ਔਰ ਇਹ ਸੋਚਣਾ ਕਿ ਜਿਹੜੀ ਡਿਊਟੀ ਮੇਰੇ ਪਰਮੇਸ਼ਰ ਨੇ ਲਾ ਦਿੱਤੀ ਹੈ ਮੇਰੀ ਕਿ ਮੇਰਾ ਪ੍ਰਚਾਰ ਕਰ, ਮੈਂ ਉਹਨੂੰ ਕਿਹੜੇ ਪਾਸਿਓਂ ਸ਼ੁਰੂ ਕਰਾਂ। ਹੁਣ ਮਕਸਦ ਇਹ ਹੈ ਗੁਰੂ ਨਾਨਕ ਦੇਵ ਜੀ ਦਾ ਸ਼ਮਸ਼ਾਨ ਘਾਟ ਵਿੱਚ ਜਾ ਕੇ ਬੈਠਣ ਦਾ। 3 ਮਹੀਨੇ ਪਾਤਸ਼ਾਹ ਉੱਥੇ ਬੈਠੇ ਇਹੀ ਸੋਚਦੇ ਰਹੇ ਕਿ ਹੁਣ ਮੈਂ ਕਿਵੇਂ ਸ਼ੁਰੂਆਤ ਕਰਾਂ ਇਸ ਗੱਲ ਦੀ, ਇਹ ਚੀਜ਼ ਨੂੰ ਮੈਂ ਕਿਵੇਂ ਸ਼ੁਰੂਆਤ ਕਰਾਂ। ਇਸ ਕਰਕੇ ਨਾਨਕ ਜੀ ਨੂੰ ਸਮਝਣਾ ਬਹੁਤ ਔਖਾ ਹੈ। ਗੁਰੂ ਨਾਨਕ ਦੀਆਂ ਗੁਜੀਆਂ ਰਮਜਾਂ ਨੂੰ ਬੇਸਮਝ ਜਮਾਨਾ ਕੀ ਜਾਣੇ। ਪੈਚਨ ਹੋਤੋ ਭਗੀਰਥ ਬਾਸੋ, ਦਰਸ਼ਨ ਕਰਤ ਪਾਏ ਸੁਖ ਰਾਸੋ। ਤੋ ਭਗੀਰਥ ਸੇਠ ਗੁਰੂ ਪਿਆਰੋ ਜਿਹੜਾ ਪਿਛਲੇ ਲੰਬੇ ਸਮੇਂ ਤੋਂ ਆਇਆ ਹੋਇਆ ਗੁਰੂ ਨਾਨਕ ਦੇਵ ਜੀ ਕੋਲ,
ਜਿਹੜਾ ਕਿ ਕਾਲੀ ਦੇਵੀ ਦਾ ਪਹਿਲਾਂ ਪੁਜਾਰੀ ਸੀਗਾ। ਪਰ ਇੱਕ ਦਿਨ ਕਹਿੰਦੀ ਉਸ ਨੂੰ ਮੰਦਿਰ ਦੇ ਵਿੱਚੋਂ ਹੀ ਆਵਾਜ਼ ਆਈ, ਉਹ ਭਗਤਾ ਜਿਹੜਾ ਸਮਾਂ ਤੂੰ ਮੈਥੋਂ ਮੰਗਦਾ ਉਹ ਮੇਰੇ ਕੋਲ ਨਹੀਂ, ਮੇਰੇ ਕੋਲੋਂ ਮਾਇਆ ਮਿਲ ਸਕਦੀ ਆ, ਧੀਆਂ ਪੁੱਤਰ ਵਸਤੂਆਂ ਮਿਲ ਸਕਦੀਆਂ ਸੰਸਾਰ ਦੀਆਂ, ਪਰ ਤੂੰ ਮੁਕਤੀ ਮੰਗਦਾ ਰੋਜ਼। ਜੇ ਮੁਕਤੀ ਲੈਣੀ ਆ ਜਾ ਸੁਲਤਾਨਪੁਰ, ਉੱਥੇ ਸਾਡਾ ਮਾਲਕ ਮੋਦੀ ਖਾਨਾ ਪਾ ਕੇ ਬੈਠਾ ਨਾਨਕ ਨਾਨਕ, ਉਹਦੇ ਪੈਰੀ ਪੈ ਜਾ ਕੇ। ਇਹ ਉਹ ਭਗੀਰਥ ਨਾਨਕ ਜੀ ਦੇ ਕੋਲ ਹੀ ਬੈਠਾ ਸੀਗਾ ਜੋ ਦਰਸ਼ਨ ਕਰਕੇ ਨਿਹਾਲ ਹੋਇਆ ਹੈ। आवा मन सुख प्रेम उमंगा, जे मन चढ़ियो नाम को रंगा। और ਅੱਜ ਲਾਹੌਰ ਵਾਲਾ ਮਨਸੁਖ ਦਾਸ ਵੀ ਨਾਨਕ ਜੀ ਨੂੰ ਮਿਲਣ ਆਇਆ। ਇਹ ਦੋਨੇ ਸ਼ਮਸ਼ਾਨ ਘਾਟ ਵਿੱਚ ਬਾਬਾ ਜੀ ਦੇ ਕੋਲ ਹੀ ਬੈਠੇ ਨੇ। हाथ बांध के बंधन कीनी, परयो डंबत मत रस पीनी। ਔਰ ਹੱਥ ਬੰਨ ਕੇ ਨਮਸਕਾਰ ਕਰਕੇ ਡੰਡੌਤ ਬੰਦਨਾ ਵੀ ਚਰਨਾਂ ਵਿੱਚ ਨਮਸਕਾਰ ਕਰਦਾ, ਜਿਹਦੀ ਮੱਤ ਰੱਬ ਦੇ ਰੰਗ ਵਿੱਚ ਰੰਗੀ ਗਈ ਆ। सत करतार कही सुख रासो, बूझी कुशल सर्व पुन तासो। ਔਰ ਪਾਤਸ਼ਾਹ ਜੀ ਨੇ ਇਸ ਨੂੰ ਸਤ ਕਰਤਾਰ ਕਿਹਾ ਹੈ ਔਰ ਇਹਦੀ ਸੁਖ ਸੰਧ ਪੁੱਛੀ ਆ। गद गद है कर बैठ समीपा, बोलियो बचन तबे कुल दीपा। ਔਰ ਬੜਾ ਗਦ ਮਤਲਬ ਖੁਸ਼ ਹੋਇਆ ਮਨਸੁਖ ਦਾਸ ਦਰਸ਼ਨ ਕਰਕੇ, ਨਾਨਕ ਜੀ ਦੇ ਕੋਲ ਬੈਠ ਗਿਆ। ਫਿਰ ਗੁਰੂ ਨਾਨਕ ਦੇਵ ਜੀ ਕਹਿੰਦੇ, सर्व कुशल पी दर्श तुम्हारे, मुझ तन मन के कष्ट निवारे। ਨਾਨਕ ਜੀ ਨੇ ਪੁੱਛਿਆ ਆ ਵੀ ਆ ਮਨਸੁਖ ਠੀਕ ਠਾਕ ਹੈ, ਖੈਰ ਸੁੱਖ ਹੈ? ਕਈ ਮਹੀਨਿਆਂ ਬਾਅਦ ਆਇਆ ਲਾਹੌਰ ਤੋਂ ਮੁੜ ਕੇ ਅੱਜ ਮਿਲਣ। ਕਹਿੰਦਾ ਜੀ ਬਾਕੀ ਸਭ ਠੀਕ ਠਾਕ ਹੈ, ਤੁਹਾਡੀ ਕਿਰਪਾ ਨਾਲ ਸਾਰੇ ਤਨ ਤੇ ਮਨ ਦੇ ਕਸ਼ਟ ਦੂਰ ਹੋ ਗਏ। चलो चाहे तो मैं परदेसा, श्री मुख की अब पाए न देसा। ਮਹਾਰਾਜ ਜੀ ਤੁਹਾਨੂੰ ਪਤਾ ਮੈਂ ਵਪਾਰੀ ਆ, ਮੈਂ ਵਪਾਰ ਕਰਨ ਜਾਣਾ ਹੈ ਜਹਾਜ਼ ਤੇ ਸਮਾਨ ਲੱਦ ਕੇ। ਸੰਗਲਾ ਦੀਪ ਗਿਆ ਸੀ ਮਨਸੁਖ ਦਾਸ, ਤੇ ਮੈਂ ਤੁਹਾਡੀ ਆਗਿਆ ਲੈਣ ਆਇਆ। वाणिज खेप को पर कर पारे, जाओ संगला दीप मजारे। ਮੈਂ ਵਪਾਰ ਦਾ ਸਮਾਨ ਲੈ ਕੇ ਸਮੁੰਦਰੀ ਜਹਾਜ਼ ਤੇ ਭਰ ਕੇ ਸੰਗਲਾ ਦੀਪ ਜਾਣਾ है वह दिन बो बिरो तुम्हारा, उचरो आप शब्द सुख सारा। ਮਹਾਰਾਜ ਕਈ ਮਹੀਨੇ ਲੱਗ ਜਾਣੇ ਆ, ਉਧਰ ਮੈਨੂੰ ਤੇ ਤੁਹਾਡਾ ਵਿਛੋੜਾ ਪੈ ਜਾਣਾ ਤੇ ਮੇਰਾ ਉੱਥੇ ਜੀ ਨਹੀਂ ਲੱਗਣਾ। ਕਿਰਪਾ ਕਰੋ ਕੋਈ ਸ਼ਬਦ ਹੀ ਦੇ ਦਿਓ, ਮੈਂ ਤੁਹਾਡੇ ਪੜ੍ਹ ਲਿਆ ਕਰਾਂਗਾ। मैं लिख लियो पठो करने मा, जिनते बदे गुरु पग प्रेमा। ਕਿਉਂਕਿ ਅਸੀਂ ਗੁਰਬਾਣੀ ਨਾਲ ਜੁੜੀ ਰਹੀਏ ਤੇ ਗੁਰੂ ਨਾਲ ਸਾਡੀ ਜਿਹੜੀ ਹੈ ਦੋਸਤੀ ਬਣੀ ਰਹੇਗੀ, ਪ੍ਰੇਮ ਬਣਿਆ ਰਹੇਗਾ। ਤਾਂ ਮਨਸੁਖ ਦਾਸ ਨਾਨਕ ਜੀ ਨੂੰ ਪੁੱਛਦਾ ਕਿ ਮੈਂ ਕੀ ਲੈ ਕੇ ਜਾਵਾਂ। ਨਾਨਕ ਜੀ ਇਸ ਨੂੰ ਕੁਝ ਮਰਜ਼ਾਦਾ, ਕੁਝ ਨਿਤਨੇਮ, ਕੁਝ ਬਾਣੀ ਬਖਸ਼ਿਸ਼ ਕਰਦੇ ਆ। ਫਿਰ ਇਸ ਮਨਸੁਖ ਦਾਸ ਸੰਗਲਾ ਦੀਪ ਜਾਂਦਾ ਹੈ, ਉੱਥੋਂ ਦੇ ਰਾਜੇ ਨਾਲ ਮਿਲਾਪ ਹੁੰਦਾ ਹੈ। ਕਿਵੇਂ ਉੱਥੋਂ ਦੇ ਰਾਜੇ ਨੂੰ ਗੁਰੂ ਨਾਨਕ ਦਾ ਪ੍ਰੇਮੀ ਬਣਾ ਦਿੰਦਾ, ਮਿੱਤਰ ਬਣਾ ਦਿੰਦਾ, ਇਹ ਆਪਾਂ ਅਗਲੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਹੁਣ ਸਮਾਂ ਸਮਾਪਤੀ ਤੇ ਜਾ ਰਿਹਾ, ਰੋਕਣ ਦੀ ਆਗਿਆ ਬਖਸ਼ੋ। ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਹਾਜ਼ਰੀਆਂ ਲਵਾਈਆਂ ਜੀ। ਸਮਾਪਤੀ ਕਰੀਏ। हे अच्युत हे पार ब्रह्म अविनाशी अविनाश, हे पूरन हे सर्वमय पंचन गुण तास। हे संगी हे निरंकार हे निर्गुण सब टेक, हे गोविंद हे गुण निदान जागे सदा विवेक। हे अपरंपर हर हरे है हो बनहार, हे संत कै सदा संग दारा आधार। हे ठाकुर होंदा सरो मैं निर्गुण गुण नहीं कोई, नानक दीजै नाम दान कोई बरोए। आए प्रभ शरणागति कृपा निध दयाल, एक अखर हर मन बसत नानक होत निहाल। एक ओंकार सतगुरु हे प्रसाद सच होए, वाहिगुरु जी की फतेह विघ्न है। विनाशन सोए। वाहिगुरु जी की फतेह विघ्न है। विनाशन सोए। वाहिगुरु जी का खालसा, वाहिगुरु जी की फतेह। बहुत बहुत धन्यवाद सर्व संतन ने हाजरियां भरियां। गुरज सरवण कीते पातशाह खुशे बख्शन। आओ कीर्तन का समा हो रहा है, रहंदी विचार कल के दीवाना में सरवण करांगे। समय नाल पहुंचने कृपालता करनी। कथा का समय 4:30 तो 5:15 बजे तक। वाहिगुरु जी का खालसा, वाहिगुरु जी की फतेह।